ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੂ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਕੋਟ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਈ। ਗੁਰ ਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅਮਿਤ ਵਡਾਈ। ਭਗਤ ਵਛਲ ਦਇਆਲਾ ਸੰਤਾਂ ਕੀ ਪੈਜ ਰਖਦਾ ਆਇਆ। ਯਾਦ ਬਿਰਦ ਪ੍ਰਤਪਾਲਾ ਹਰਿ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਸਰਬ ਵੇਲਾ ਮੁਖ ਪਾਵਹੁ ਜਰਾ ਮਰਾ ਤਾਪ ਸਭ ਨਾਠਾ। ਗੁਣ ਗੋਬਿੰਦ ਨਿਤ ਗਾਵਹੁ ਸੁਣੀ ਅਰਦਾਸ ਸੁਆਮੀ ਮੇਰੈ। ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸੇਖੀ। ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਸੋਰਠ ਮਹੱਲਾ ਪੰਜਵਾ। ਘਰ ਤੀਜਾ। ਦੋਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੈ ਕੀਨੇ ਦਾਨਾ। ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ। ਗੁਰ ਕਾ ਸ਼ਬਦ ਵਿਚਾਰੇ ਰਹਾਓ ਸਾਧ ਸੰਗ ਮਲ ਲਾਥੀ। ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ। ਆਦਿ ਪੁਰਖ ਪ੍ਰਭ ਪਾਇਆ। ਬਸੰਤ ਕੀ ਵਾਰ ਮਹੱਲ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਕਰਮ ਲਿਖੰਤੈ ਪਾਈਐ ਇਹ ਰੁੱਤ ਸੁਹਾਈ। ਵਾਣ ਤ੍ਰਿਣ ਤ੍ਰਿਭੁਵਨ ਮੋਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਊਪਜੈ ਲੱਥੀ ਸਭ ਛਾਈ। ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ। ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ। ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ। ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ। ਦਿਨ ਰਹਿਣ ਨਾਮ ਧਿਆਇਂਦਾ ਫਿਰ ਪਾਏ ਨ ਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹਿ ਸਮਾਵੈ। ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਕਹਿਨ ਧਿਆਇਨ ਸੁਣ ਨਿਤ ਸੇ ਭਗਤ ਸੁਹਾਵੈ। ਅਗਮਾ ਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ। ਸਚ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੈ। ਸਚ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੈ।
ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਭਾਈ ਦਇਆ ਸਿੰਘ ਜੀ। ਧੰਨ ਧੰਨ ਭਾਈ ਧਰਮ ਸਿੰਘ ਜੀ। ਧੰਨ ਧੰਨ ਭਾਈ ਹਿੰਮਤ ਸਿੰਘ ਜੀ। ਧੰਨ ਧੰਨ ਭਾਈ ਮੋਹਕਮ ਸਿੰਘ ਜੀ। ਧੰਨ ਧੰਨ ਭਾਈ ਸਾਹਿਬ ਸਿੰਘ ਜੀ। ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਧੰਨ ਧੰਨ ਬਾਬਾ ਜੁਝਾਰ ਸਿੰਘ ਜੀ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਮਾਤਾ ਗੁਜਰ ਕੌਰ ਜੀ। ਧੰਨ ਧੰਨ ਮਾਤਾ ਜੀਤ ਕੌਰ ਜੀ। ਧੰਨ ਧੰਨ ਮਾਤਾ ਸੁੰਦਰ ਕੌਰ ਜੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਮਾਤਾ ਸਾਹਿਬ ਕੌਰ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਮਾਤਾ ਸਾਹਿਬ ਕੌਰ ਜੀ। ਵਾਹਿਗੁਰੂ ਜੀ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾ ਸ਼ਲੋਕ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਆਦਿ ਗੁਰ ਏ ਨਮਹਿ। ਜੁਗਾਦਿ ਗੁਰ ਏ ਨਮਹਿ। ਸਤਿਗੁਰ ਏ ਨਮਹਿ। ਸ੍ਰੀ ਗੁਰਦੇਵ ਏ ਨਮਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਬਖਸ਼ਿਸ਼ ਕਰ ਰਹੇ ਹਨ। ਸੋ ਆਪਣੀ ਇਹ ਲੜੀ ਜੋ ਚੱਲ ਰਹੀ ਹੈ ਕਿ 7 ਬਾਣੀਆਂ ਜੋ 5 ਬਾਣੀਆਂ ਅੰਮ੍ਰਿਤ ਵੇਲੇ ਦੀਆਂ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਸ਼ਾਮ ਦੇ ਵਕਤ ਦੀ ਬਾਣੀ ਜੋ ਰਹਿ ਰਾਸ ਤੇ ਰਾਤ ਨੂੰ ਜੋ ਕੀਰਤਨ ਸੋਹਿਲੇ ਦਾ ਪਾਠ ਕਰਦੇ ਹਾਂ, ਇਹ 7 ਬਾਣੀਆਂ ਦਾ ਸਰਲ ਅਰਥਾਂ ਦੇ ਵਿੱਚ ਜੋ ਆਪਾਂ ਨੇ ਸ਼ਰਵਣ ਕੀਤਾ ਹੈ ਸਟੀਕ। ਸੋ ਇਸ ਦੇ ਨਾਲ ਨਾਲ ਗੁਰਸਿੱਖਾਂ ਦੀਆਂ ਹਰ ਰੋਜ਼ ਪੜ੍ਹਨ ਵਾਲੀਆਂ ਬਾਣੀਆਂ ਜਿਸ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਪ੍ਰੇਮੀ ਜਨ ਹਰ ਰੋਜ਼ ਕਰਦੇ ਹਨ। ਇਸ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਜੋ ਮਹਾਰਾਜ ਬਖਸ਼ਿਸ਼ ਕਰਦੇ ਹਨ। ਸੋ ਇਹਦੇ ਸਰਲ ਅਰਥਾਂ ਦਾ ਬਹੁਤ ਸਮੇਂ ਤੋਂ, ਕਈ ਸਾਲਾਂ ਤੋਂ ਸੰਗਤਾਂ ਵੱਲੋਂ ਹੁਕਮ ਹੋਇਆ ਸੀ। ਜੋ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਉਹ ਹੁਣ ਆਪਾਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸ੍ਰੀ ਸੁਖਮਨੀ ਸਾਹਿਬ ਦੇ ਬਿਲਕੁਲ ਸਰਲ ਅਰਥ ਹਨ। ਜ਼ਿਆਦਾ ਵਿਸਤਾਰ ਸਹਿਤ ਆਪਾਂ ਅੰਮ੍ਰਿਤ ਬਾਣੀ ਸੀਡੀਜ਼ ਦੇ ਵਿੱਚ ਕੀਤੇ ਹਨ। ਉਸ ਤੋਂ ਘੱਟ ਜੋ ਲੜੀਵਾਰ ਕਥਾ ਗੁਰਪ੍ਰਸਾਦ ਹੋਈ ਹੈ ਉਹਦੇ ਵਿੱਚ ਕੀਤੇ ਹਨ। ਹੁਣ ਬਿਲਕੁਲ ਹੀ ਸੰਖੇਪ ਤੇ ਸਰਲ ਅਰਥ ਹਨ ਕਿ ਜਦੋਂ ਵੀ ਆਪਾਂ ਪਾਠ ਕਰੀਏ ਆਪਾਂ ਨੂੰ ਨਾਲ ਨਾਲ ਅਰਥਾਂ ਦਾ ਗਿਆਨ ਹੁੰਦਾ ਰਹੇ। ਸੋ ਆਓ ਪਹਿਲਾਂ ਸਰਵਣ ਕਰੀਏ ਪਾਵਨ ਬਾਣੀ। ਕਿ ਉਹ ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੇਰੀ ਹੇਠ ਸਜੇ ਹੋਏ ਨਿਤਨੇਮ ਕਰ ਰਹੇ ਸਨ। ਭਾਵ ਆਪਣਾ ਹਰ ਰੋਜ਼ ਦਾ ਜਿਸ ਪ੍ਰਕਾਰ ਅੰਮ੍ਰਿਤ ਵੇਲੇ ਉੱਠ ਕੇ
ਸਮਾਧੀ ਲੀਨ ਹੋਣਾ, ਬੰਦਗੀ ਕਰਨੀ, ਫਿਰ ਆਸਾ ਦੀ ਵਾਰ ਸ਼ਰਵਣ ਕਰਨੀ। ਸੋ ਜਿਸ ਵੇਲੇ ਨਿਤਨੇਮ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਨ ਤੋਂ ਬਾਅਦ ਨੇਤਰ ਪ੍ਰਕਾਸ਼ ਕੀਤੇ ਹਨ, ਤਾਂ ਸੰਗਤਾਂ ਦੀ ਪ੍ਰੇਰਣਾ ਅਨੁਸਾਰ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਪਾਸ ਆ ਕੇ ਮੱਥਾ ਟੇਕ ਕੇ ਬੇਨਤੀ ਕੀਤੀ, ਜੀ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਸੰਗਤਾਂ ਵੱਲੋਂ ਇਸ ਪ੍ਰਕਾਰ ਕੁਝ ਬੇਨਤੀਆਂ ਹਨ ਜੋ ਅਸੀਂ ਕਰਨੀਆਂ ਹਨ। ਬਹੁਤ ਸਾਰੇ ਲੋਕ ਜੋ ਹਨ ਨਵੇਂ ਵੀ ਆਉਂਦੇ, ਆਪਣੇ ਵਿੱਚ ਇਸ ਪਾਸੇ ਨੂੰ ਸੰਗਤ ਦਾ ਰੁਝਾਨ ਹੋਇਆ। ਸੋ ਉਹਨਾਂ ਵੱਲੋਂ ਕਈ ਪ੍ਰਕਾਰ ਦੇ ਪ੍ਰਸ਼ਨ ਹਨ। ਉਹਨਾਂ ਵਿੱਚ ਇੱਕ ਸਾਨੂੰ ਪ੍ਰਸ਼ਨ ਹੈ ਕਿ ਸਨਾਤਨ ਮੱਤ ਵਾਲੇ ਗੀਤਾ ਦੇ ਪਾਠ ਕਰਨ ਵਿੱਚ ਹੀ ਜੀਵ ਦੀ ਕਲਿਆਣ ਮੰਨਦੇ ਨੇ। ਸੋ ਹੁਣ ਜਿਹੜੇ ਜੀਵ ਗੁਰਸਿੱਖੀ ਨੂੰ ਧਾਰਨ ਕਰਦੇ ਹਨ, ਉਹ ਕਹਿੰਦੇ ਹੁਣ ਅਸੀਂ ਕਿਹੜਾ ਪਾਠ ਕਰੀਏ ਜਿਹਦੇ ਨਾਲ ਕਲਿਆਣ ਹੋਵੇ, ਸੌਖੀ ਬਾਣੀ ਹੋਵੇ, ਸਮਝ ਵਿੱਚ ਵੀ ਸੌਖੀ ਹੋਵੇ। ਸੋ ਆਪ ਜੀ ਵੀ ਕੋਈ ਇਹੋ ਜਿਹੀ ਬਾਣੀ ਸੌਖੀ ਰਚੋ ਜਿਹਦੇ ਪਾਠ ਕੀਤਿਆਂ ਜੀਵ ਦੀ ਕਲਿਆਣ ਹੋ ਜਾਵੇ ਅਤੇ ਜਿਹੜਾ 24,000 ਸਵਾਸ ਵੀ ਸਫਲ ਹੋ ਜਾਣ। ਸੋ ਇਹ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਨੇ ਰਾਮਸਰ ਸਾਹਿਬ ਸਰੋਵਰ ਦੇ ਕਿਨਾਰੇ ਮੰਜੀ ਸਾਹਿਬ ਬੈਠ ਕੇ ਸਾਰੀ ਸੁਖਮਨੀ ਸਾਹਿਬ ਉਚਾਰ ਕੇ ਹੁਕਮ ਕੀਤਾ, ਜੋ ਮਾਈ ਭਾਈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੇਗਾ ਉਹਨੂੰ ਮੁਕਤੀ ਵੀ ਮਿਲੇਗੀ ਅਤੇ ਰਾਤ ਦਿਨ ਦੇ 24,000 ਸਵਾਸ ਵੀ ਸਫਲ ਹੋਣਗੇ। ਸੋ ਬਲਕਿ ਜਿਹੜਾ ਜੋਗੀ ਵੀ ਇਸ ਸੁਖਮਨੀ ਸਾਹਿਬ ਦਾ ਪਾਠ ਕਰੇਗਾ ਉਹਦੇ ਵੀ ਸਵਾਸ ਸਫਲ ਹੋ ਜਾਣਗੇ, ਕਿਉਂਕਿ ਜੋਗੀਆਂ ਦੇ ਮੱਤ ਵਿੱਚ ਜੋ ਉਹਨਾਂ ਦੀ ਗ੍ਰੰਥ ਹੈ ਇੱਕ ਜੋਗ ਕਲਪਤਰ, ਇਸ ਗ੍ਰੰਥ ਵਿੱਚ ਲਿਖਿਆ ਹੈ ਕਿ ਜੋਗੀਆਂ ਦੇ 21,624 ਸਵਾਸ ਰੋਜ਼ ਦੇ ਨਿਕਲਦੇ ਹਨ। ਸੋ ਉਹਨਾਂ ਦੇ ਬਾਕੀ ਸਵਾਸ ਜਮ੍ਹਾਂ ਰਹਿ ਜਾਂਦੇ ਹਨ। ਸੋ ਜਿਵੇਂ ਕੋਈ ਬੰਦਾ ਨੌਕਰੀ ਕਰਦਾ ਸਰਕਾਰੀ, ਕੁਝ ਹਿੱਸਾ ਉਹਦਾ ਤਨਖਾਹ ਦਾ ਬਾਅਦ ਵਿੱਚ ਜਿਹੜਾ ਮਿਲਦਾ, ਪ੍ਰੋਵੀਡੈਂਟ ਫੰਡ ਹੁੰਦਾ, ਉਹ ਬਾਅਦ ਵਿੱਚ ਮਿਲਦਾ, ਜਮ੍ਹਾਂ ਹੁੰਦਾ ਰਹਿੰਦਾ ਹੈ। ਇਸੇ ਪ੍ਰਕਾਰ ਇਸੇ ਤਰ੍ਹਾਂ ਜਿਹੜੇ ਜੋਗੀ ਰੱਬ ਦੀ ਨੌਕਰੀ ਕਰਦੇ ਹਨ, ਇਸੇ ਤਰ੍ਹਾਂ ਜਿਹੜੇ ਜੋਗੀ ਰੱਬ ਦੀ ਨੌਕਰੀ ਕਰਦੇ ਹਨ ਰਾਤ ਦਿਨ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਗੁਜ਼ਾਰਦੇ ਆ, ਉਹਨਾਂ ਦੇ 21,624 ਸਵਾਸ ਨਿਕਲਦੇ ਨੇ, ਬਾਕੀ ਉਹਨਾਂ ਦੇ ਸਵਾਸ ਜਮ੍ਹਾਂ ਹੋ ਜਾਂਦੇ ਹਨ। ਇਸੇ ਕਾਰਨ ਕਰਕੇ ਜੋਗੀਆਂ ਦੀ ਉਮਰ ਵੱਡੀ ਕਹੀ ਜਾਂਦੀ ਹੈ ਅਤੇ ਵਾਹਿਗੁਰੂ ਜੋਗੀਆਂ ਨੂੰ ਬਹੁਤ ਕੁਝ ਵਧਾ ਕੇ ਵਾਧਾ ਕਰਕੇ ਦਿੰਦਾ ਹੈ। ਸੋ ਉਹਨਾਂ ਦੇ ਮਤ ਅਨੁਸਾਰ ਸੁਖਮਨੀ ਸਾਹਿਬ ਜੀ ਦੇ 21,624 ਅੱਖਰ ਪੂਰੇ ਹਨ। ਸੋ ਜਿਹੜੇ ਆਮ ਸੰਗਤਾਂ ਇਹ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਹਨ ਉਹਦੇ ਵੀ 24,000 ਸਵਾਸ ਸਫਲੇ ਹੋਣਗੇ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਜਾਂ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲਾ ਲੇਪ। ਸੋ ਇਤਿਹਾਦਕ ਤੁਕਾਂ ਵਿੱਚ ਜੋ ਅੱਖਰਾਂ ਦੇ ਪੈਰਾਂ ਵਿੱਚ ਅੱਖਰ ਹਨ ਉਹ 2373 2373 ਹਨ ਕੁੱਲ, ਅਤੇ 13ਵੀਂ ਅਸ਼ਟਪਦੀ ਦੀ ਦੂਜੀ ਪੌੜੀ ਵਿੱਚ ਵੀ 3 ਅੱਖਰਾਂ ਦਾ ਵਾਧਾ ਕੀਤਾ, ਜਿਵੇਂ ਸੰਤਨ ਕੈ ਦੂਖਨ ਕਾਗ ਜਿਉ ਲਵੈ, ਸੰਤਨ ਕੈ ਦੂਖਨ ਸਰਪ ਜੋਨ ਪਾਏ, ਸੰਤਨ ਕੈ ਦੂਖਨ ਤ੍ਰਿਸ਼ਨਾ ਮਹਿ ਜਲੈ। ਸੋ ਬਾਕੀ ਸਾਰੀ ਅਸ਼ਟਪਦੀ ਵਿੱਚ ਸੰਤ ਪਦ ਹੈ, ਪਰ ਇਹਨਾਂ 3 ਤੁਕਾਂ ਵਿੱਚ ਹੀ ਸੰਤਨ ਪਦ ਲਿਖ ਕੇ 3 ਨੰਨੇ ਅੱਖਰ ਵਧਾ ਕੇ ਆਮ ਸੰਗਤਾਂ ਦੇ 24,000 ਸਵਾਸਾਂ ਦੀ ਸਫਲਤਾ ਵਾਸਤੇ 21,624 ਵਿੱਚ ਜਮ੍ਹਾਂ ਕੀਤੇ 2373 ਜਮ੍ਹਾਂ 3। ਇਸ ਤਰੀਕੇ ਨਾਲ 24,000 ਹੀ ਅੱਖਰ ਸ੍ਰੀ ਸੁਖਮਨੀ ਸਾਹਿਬ ਦੇ ਪੂਰੇ ਕੀਤੇ ਜਾਂਦੇ ਹਨ। ਸੋ ਜਿਵੇਂ ਨਵੇਂ ਕੰਮ ਦੇ ਆਰੰਭ ਵਿੱਚ ਸਭ ਕੋਈ ਵਾਹਿਗੁਰੂ ਦੀ ਅਰਾਧਨਾ ਰੂਪ ਮੰਗਲ ਕਰਦੇ ਆ, ਉਵੇਂ ਹੀ ਗੁਰੂ ਸਾਹਿਬ ਜੀ ਇਸ ਨਵੀਂ ਬਾਣੀ ਦੇ ਆਰੰਭ ਵਿੱਚ ਆਪਣੇ ਗੁਰੂ ਸਾਹਿਬਾਨ ਦਾ ਮੰਗਲ ਕਰਦੇ ਹਨ। ਘੱਟ ਹੈ ਥੋੜ੍ਹੀ ਨਾ ਆਵਾਜ਼, ਠੀਕ ਹੈ ਹੁਣ ਤਾਂ।
ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਪਾਵਨ ਬਾਣੀ। ਸੋ ਜਿਵੇਂ ਸਤਿਗੁਰੂ ਮਹਾਰਾਜ ਦਾ ਫਰਮਾਨ ਹੈ, ਆਦਿ ਗੁਰ ਏ ਨਮਹਿ। ਸੋ ਇਸ ਪ੍ਰਕਾਰ ਪਹਿਲਾਂ ਲਿਖਿਆ ਬਚਨ ਆਪ ਨੇ, ਥੋੜੀ ਜ਼ੋਰ ਲੱਗਦਾ ਮੇਰਾ ਥੋੜਾ ਜਿਹਾ, ਪਹਿਲਾਂ ਮੈਂ ਗੂੰਜਦੀ ਸੀ ਮਾੜੀ ਜੀ ਉਸ ਤਰ੍ਹਾਂ, ਹੁਣ ਠੀਕ ਹੈ। ਗੌੜੀ ਸੁਖਮਨੀ ਮਹੱਲਾ ਪੰਜਵਾ। ਗੌੜੀ ਰਾਗ ਦੇ ਵਿੱਚ ਇਹ ਪਾਵਨ ਬਾਣੀ ਸੁਖ ਮਨੀ, ਸੁੱਖਾਂ ਦੇ ਦੇਣ ਵਾਲੀ ਪਾਵਨ ਬਾਣੀ। ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਿਰਤਾਜ ਸ਼ਲੋਕ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਆਪਣਾ ਬੀਜ ਮੰਤਰ ਹੈ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਆਦਿ ਗੁਰ ਏ ਨਮਹਿ, ਸਾਰਿਆਂ ਗੁਰੂਆਂ ਦੇ ਆਦਿ ਜੋ ਪਹਿਲੇ ਗੁਰੂ ਜੋ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਦੇ ਏ ਤੋਂ ਭਾਵ ਤਾਈਂ ਮੇਰੀ ਨਮਸਕਾਰ ਹੋਵੇ। ਜੁਗਾਦ ਗੁਰ ਏ ਨਮਹਿ, ਜੁਗਾਦ ਭਾਵ ਜੁਗ ਆਦ। ਜੁਗ ਦਾ ਅਰਥ ਦੋ ਹੁੰਦਾ, ਤੇ ਦੋ ਗੁਰੂ, ਗੁਰੂ ਰਾਮਦਾਸ ਸਾਹਿਬ ਜੀ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਇਹਨਾਂ ਦੋ ਸਤਿਗੁਰੂ ਸਾਹਿਬਾਂ ਦੇ ਆਦਿ ਗੁਰੂ ਕੌਣ ਹੈ? ਇਹਨਾਂ ਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਹਨ। ਉਹਨਾਂ ਦੇ ਏ ਤੋਂ ਭਾਵ ਤਾਈਂ ਨਮਹਿ ਨਮਸਕਾਰ ਹੋਵੇ। ਸੋ ਸਤਿਗੁਰ ਏ ਨਮਹਿ, ਗੁਰੂ ਦਾ ਜੋ ਗੁਰੂ ਹੋਵੇ ਉਹਨੂੰ ਸਤਿਗੁਰ ਕਹਿੰਦੇ ਹੈ। ਇਸ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰੂ ਜੋ ਸਤਿਗੁਰੂ ਅਮਰਦਾਸ ਸਾਹਿਬ ਜੀ ਹਨ, ਉਹਨਾਂ ਦੇ ਏ ਭਾਵ ਤਾਈਂ ਸਾਡੀ ਨਮਸਕਾਰ ਹੋਵੇ। ਸ੍ਰੀ ਗੁਰਦੇਵ ਏ ਨਮਹਿ, ਜੋ ਆਪਣੇ ਸੁਆਮੀ ਹੋਣ ਉਹਨਾਂ ਨੂੰ ਗੁਰਦੇਵ ਪਦ ਲਿਖੀਦਾ। ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਬਚਨ ਕਿ ਸ੍ਰੀ ਸੁਭਾਏਮਾਨ ਸਾਡੇ ਗੁਰਦੇਵ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹਨ, ਉਹਨਾਂ ਦੇ ਏ ਤੋਂ ਭਾਵ ਤਾਈਂ ਨਮਸਕਾਰ ਹੋਵੇ। ਸੋ ਇਹ ਜੇ ਪਦ ਜਿਹੜੇ ਹਨ ਵਿਆਕਰਣ ਵਿੱਚ ਇਹ 7 ਵਿਭਗਤੀਆਂ ਲਿਖੀਆਂ ਨੇ। ਰਾਮਾ, ਰਾਮੰ, ਰਾਮੇਣ, ਰਾਮੇਤ, ਰਾਮਾਏ, ਰਾਮਸਿਆ, ਰਾਮਾਸ਼। ਰਾਮ ਹੈ ਰਾਮ ਨੂੰ, ਰਾਮ ਕਰਕੇ ਰਾਮ ਤਾਈਂ, ਰਾਮ ਸੇ ਰਾਮ ਕੀ, ਰਾਮ ਵਿਖੇ। ਇਸ ਪ੍ਰਕਾਰ ਹੁੰਦਾ ਹੈ। ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਣ, ਤਾਈਂ ਵਾਸਤੇ ਚਤੁਰਥੀ ਤੇ ਸੇ ਪੰਚਮ ਮਾਨ। ਕਾ, ਕੀ, ਕੋ, ਖਸ਼ਟੀ ਅਹੈ, ਵਿਖੇ ਸਪਤਮੀ ਜਾਣ। ਇੱਥੇ ਵਿਭਗਤੀ ਦੇ ਅਨੁਸਾਰ ਏ ਦਾ ਅਰਥ ਤਾਈਂ ਕੀਤਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਨੇ ਆਪਣੇ ਸੁਆਮੀ ਗੁਰੂ ਰਾਮਦਾਸ ਸਾਹਿਬ ਨੂੰ ਬਹੁਤ ਜਗ੍ਹਾ ਗੁਰਦੇਵ ਪਦ ਦੇ ਨਾਲ ਵਰਣਨ ਕੀਤਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਸੋ ਜੋ ਸ੍ਰੀ ਗੁਰਦੇਵ ਨਮਹਿ ਉਚਾਰਿਆ, ਸ੍ਰੀ ਪਦ ਹੋਰ ਕਿਸੇ ਗੁਰੂ ਸਾਹਿਬ ਨਾਲ ਨਹੀਂ ਦਿੱਤਾ, ਕੇਵਲ ਗੁਰੂ ਰਾਮਦਾਸ ਸਾਹਿਬ ਨਾਲ ਦਿੱਤਾ। ਇਹਦਾ ਕਾਰਨ ਹੈ ਵੀ ਗੁਰੂ ਨਾਨਕ ਦੇਵ ਜੀ ਤੋਂ ਮਾਇਆ 12 ਕੋਹ ਪਰੇ ਰਹੀ, ਗੁਰੂ ਅੰਗਦ ਦੇਵ ਜੀ ਤੋਂ ਮਾਇਆ 6 ਕੋਹ ਪਰੇ ਰਹੀ, ਗੁਰੂ ਅਮਰਦਾਸ ਮਹਾਰਾਜ ਦੇ ਦਰਵਾਜ਼ੇ ਤੇ ਖੜੀ ਰਹੀ, ਅੰਦਰ ਆਉਣ ਦਾ ਹੁਕਮ ਨਹੀਂ ਹੋਇਆ। ਜਿਸ ਵੇਲੇ ਮਾਇਆ ਨੇ ਬਹੁਤ ਬੇਨਤੀ ਕੀਤੀ ਤਾਂ ਗੁਰੂ ਅਮਰਦਾਸ ਜੀ ਨੇ ਮਾਇਆ ਨੂੰ ਗੁਰੂ ਰਾਮਦਾਸ ਦੇ ਚਰਨੀ ਪਾ ਕੇ ਕਿਹਾ, ਜੇ ਤੂੰ ਸਫਲ ਹੋਣਾ ਚਾਹੁੰਦੀ ਆ ਤਾਂ ਇਹਨਾਂ ਦੇ ਚਰਨੀ ਪਈ ਰਹੋ, ਸੋ ਇਹਨਾਂ ਨੂੰ ਨਾ ਛੱਡੀ। ਉਸ ਵਾਰ ਕਰਕੇ ਮਾਇਆ ਚਾਰੇ ਦਰਵਾਜ਼ਿਓਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਆ ਰਹੀ ਹੈ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਨਾਲ ਸ਼੍ਰੀ ਪਦ ਰੱਖਿਆ। ਸ਼੍ਰੀ ਨਾਮ ਲక్ష్ਮੀ ਦਾ, ਲక్ష్ਮੀ ਜਿਨ੍ਹਾਂ ਦੇ ਚਰਨਾਂ ਵਿੱਚ ਨਿਵਾਸ ਕਰ ਰਹੀ ਹੈ, ਉਹਨਾਂ ਨੂੰ ਮੈਂ ਨਮਸਕਾਰ ਕਰਦਾ। ਇਹ ਜਿਹੜੀ ਗੱਲ ਆਪਾਂ ਦੱਸੀ ਹੈ ਬਿਲਕੁਲ ਸੱਚ ਹੈ, ਸਹੀ ਹੈ, ਕਿਉਂਕਿ ਜਿਹੜੇ ਆਤਮਿਕ ਦਰਸ਼ੀ ਬ੍ਰਹਮ ਗਿਆਨੀ ਆ ਉਹ ਸਾਨੂੰ ਇਹ ਚੀਜ਼ਾਂ ਦੱਸਦੇ ਰਹਿੰਦੇ ਆ ਕਿ ਲక్ష్ਮੀ ਦਾ ਵਾਸਾ ਹਰਿਮੰਦਰ ਸਾਹਿਬ ਵਿੱਚ ਹਰ ਵਕਤ ਹੀ ਰਹਿੰਦਾ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ। ਅਸ਼ਟਪਦੀ ਤੋਂ ਭਾਵ 8-8 ਪੌੜੀਆਂ ਹੋਣ ਕਰਕੇ ਇਹਦਾ ਨਾਮ ਅਸ਼ਟਪਦੀ ਆ। ਹਰ ਇੱਕ ਪੌੜੀ ਦੀਆਂ 10 ਤੁਕਾਂ ਹੋਣਗੀਆਂ, 10-10 ਤੁਕਾਂ ਹਰੇਕ ਪੌੜੀ 'ਚ ਆਉਣਗੀਆਂ। ਮਹਾਰਾਜ ਫਰਮਾਉਂਦੇ ਭਾਈ ਮਨ ਕਰਕੇ ਸਿਮਰੋ, ਬਾਣੀ ਕਰਕੇ ਸਿਮਰੋ, ਤਨ ਕਰਕੇ ਸਿਮਰੋ।
ਉਹਦਾ ਸਿਮਰਨ ਜੋ ਸਿਮਰਨੇ ਯੋਗ ਹੈ ਉਹਨੂੰ ਸਿਮਰ ਕੇ ਸੁਖ ਪਾਉਣਾ ਕਰੋ। ਕਲ ਕਲੇਸ਼ ਤਨ ਮਾਹੇ ਮਿਟਾਵੋ। ਕਲਯੁਗ ਦੇ ਜਿਹੜੇ ਕਲੇਸ਼ ਹੈ ਜਾਂ ਕਲ ਹੁੰਦੀ ਕਲਪਨਾ ਤੇ ਰਾਗ ਦਵੈਸ਼ ਅਵਿਦਿਆ ਸਮਤਾ ਵੀ ਨਿਵੇਸ਼, ਇਹਨਾਂ ਪੰਜਾਂ ਕਲੇਸ਼ਾਂ ਨੂੰ ਸਰੀਰ ਵਿੱਚੋਂ ਮਿਟਾਵੋ, ਭਾਵ ਦੂਰ ਕਰੋ। ਸਿਮਰੋ ਜਾਸ ਵਿਸਵੰਗ ਭਰ ਏਕੈ, ਨਾਮ ਜਪਤ ਅਗਨਤ ਅਨੇਕੈ। ਵਿਸਵੰਗ ਭਰ ਹੁੰਦਾ, ਵਿਸਵ ਹੁੰਦਾ ਸੰਸਾਰ ਦੇ ਭਰਨ ਵਾਲਾ, ਪਾਲਣ ਵਾਲਾ ਜੋ ਇੱਕ ਵਾਹਿਗੁਰੂ ਆ, ਉਹਦੇ ਜਾਸ ਹੁੰਦਾ, ਜਸ ਨੂੰ ਸਿਮਰਨਾ ਕਰੋ। ਉਹਦੇ ਅਨੇਕਾਂ ਨਾਮ ਹਨ ਅਤੇ ਜਪਣ ਵਾਲੇ ਵੀ ਅਗਨਤ ਹੁੰਦਾ, ਗਿਣਤੀ ਤੋਂ ਰਹਿਤ ਹਨ। ਸੋ ਇਹ ਅਗਨਤ ਨਹੀਂ ਕਰਨਾ, ਅਗਨਤ, ਐੜਾ ਡੈਸ਼ ਗਨਤ। ਜਾਂ ਇਉਂ ਕਹਿ ਲਓ, ਇੱਕ ਸੰਸਾਰ ਦੇ ਪਾਲਣ ਵਾਲੇ ਨੂੰ ਸਿਮਰੋ। ਜਾਸ ਹੁੰਦਾ ਜਿਹਦੇ ਨਾਮ ਅਨੇਕਾਂ ਨੇ ਅਤੇ ਜਪਣ ਵਾਲੇ ਵੀ ਅਗਨਤ ਅਣਗਿਣਤ ਹਨ। ਵੇਦ ਪੁਰਾਨ ਸਿਮਰਤ ਸੁਦਾਖਰ, ਕੀਨੇ ਰਾਮ ਨਾਮ ਇੱਕ ਆਖਰ। ਕੱਖੇ ਦੇ ਪੈਰ ਵਿੱਚ ਅੱਧਾ ਯਈਆ ਹੋਣ ਕਰਕੇ ਇਹ ਇਸ ਤਰ੍ਹਾਂ ਹੀ ਪਾਠ ਕਰਨਾ, ਸੁਦਾਖਰ ਆਖਰ। 4 ਵੇਦ 18 ਪੁਰਾਣ 27 ਸਿਮਰਤੀਆਂ ਦੇ ਅੱਖਰ ਅੱਖਰ ਨੂੰ ਸੋਧਿਆ। ਆਖਰ ਤੋਂ ਭਾਵ ਅੰਤ ਨੂੰ। ਇੱਕ ਰਾਮ ਨਾਮ ਦੀ, ਪਰਮਾਤਮਾ ਦਾ ਜਿਹੜਾ ਰਾਮ ਦਾ ਨਾਮ ਹੈ ਉਹ ਸੁੱਖਾਂ ਦਾ ਸਾਧਨ ਨਿਸ਼ਚੈ ਕੀਤਾ। ਸੁਦਾਖਰ ਭਾਵ ਸੋਧ ਕੇ ਦੇਖਿਆ। ਆਖਰ ਸੋ ਕੀਨੇ ਰਾਮ ਨਾਮ ਇੱਕ ਆਖਰ, ਇੱਕ ਅੱਖਰ ਜਾਂ ਆਖਰ ਅੰਤ ਨੂੰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਣੀ ਨ ਆਵੈ। ਸੁਖਮਨੀ ਸਾਹਿਬ ਨਾਮਾਂ ਦਾ ਬੋਹਲ ਭਰਿਆ ਪਿਆ। ਇਸ ਬੋਹਲ ਵਿੱਚੋਂ ਇੱਕ ਕਿਣਕਾ ਭਰ ਜਿਹਦੇ ਦਿਲ ਵਿੱਚ ਨਾਮ ਵਸ ਆਇਆ, ਉਹਦੀ ਮਹਿਮਾ ਜਿਹੜੀ ਗਣੀ ਭਾਵ ਗਿਣਤੀ 'ਚ ਨਹੀਂ ਆਉਂਦੀ। ਸੋ ਇੱਕ ਕਿਣਕਾ ਨਾਮ ਦਾ ਬਹੁਤ ਹੁੰਦਾ ਜੀਵ ਲਈ। ਇਹ ਥੋੜ੍ਹਾ ਸਮਾਂ ਵੀ ਜਿਸ ਦੇ ਦਿਲ ਵਿੱਚ ਨਾਮ ਵਸ ਗਿਆ, ਉਹਦੀ ਮਹਿਮਾ ਗਿਣਤੀ 'ਚ ਨਹੀਂ ਆਉਂਦੀ। ਏਕ ਚਿੱਤ ਜੇ ਏਕ ਛਿੰਤ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਹੁਨ ਸੰਗ ਮੋਹ ਉਧਾਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ, ਇਹ ਵਾਹਿਗੁਰੂ ਜਿਨ੍ਹਾਂ ਨੂੰ ਇੱਕ ਤੁਹਾਰੋ ਭਾਵ ਆਪ ਦੇ ਦਰਸ਼ਨਾਂ ਦੀ ਕਾਂਖੀ ਹੁੰਦੀ, ਕਾਂਖਸ਼ਾ ਇੱਛਾ ਹੈ, ਉਹਨਾਂ ਦੇ ਨਾਲ ਮਿਲ ਕੇ ਮੈਨੂੰ ਵੀ ਤਾਰ ਲਵੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਸੋ ਇਸ ਵਿੱਚ ਸੁਖ ਸਰੂਪ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੋਣ ਕਰਕੇ ਇਹਦਾ ਨਾਮ ਸੁਖ ਮਨੀ ਸਾਹਿਬ ਹੈ। ਇਹ ਸੁਖ ਮਨੀ ਸੁੱਖਾਂ ਦੀ ਪਰਛੱਤੀ ਹੈ। ਜਿਵੇਂ ਲੋਕ ਘਰਾਂ ਦੀ ਪਰਛੱਤੀ ਪਰ ਸਭ ਚੀਜ਼ਾਂ ਰੱਖਦੇ ਆ, ਐਵੇਂ ਵਾਹਿਗੁਰੂ ਨੇ ਸਾਰੇ ਸੁੱਖ ਇਸ ਸੁਖਮਨੀ ਸਾਹਿਬ ਦੇ ਵਿੱਚ ਰੱਖੇ ਨੇ। ਸੁਖ ਮਨੀ ਮਨ ਨੂੰ ਸੁਖ ਦੇਣ ਵਾਲੀ ਹੈ। ਇਹਦੇ ਮੰਨਣ ਕਰਨ ਨਾਲ ਸੁਖ ਹੀ ਸੁਖ ਪ੍ਰਾਪਤ ਹੁੰਦੇ ਨੇ। ਸੁੱਖਾਂ ਦੀ ਮਨੀ ਤੋਂ ਭਾਵ, ਮੰਨੀ ਕਹਿੰਦੇ ਰੋਟੀ ਨੂੰ, ਵੱਡੀ ਮੰਨਾ ਹੁੰਦਾ ਇੱਕ ਰੋਟੀ, ਰੋਟ ਵਰਗੀ। ਜਿਵੇਂ ਮੰਨੀ ਵਿੱਚ ਮੈਦਾ, ਖੰਡ, ਘਿਓ 3 ਚੀਜ਼ਾਂ ਹੁੰਦੀਆਂ ਹਨ, ਐਵੇਂ ਇਸ ਬਾਣੀ ਵਿੱਚ ਗਿਆਨ ਰੂਪ ਮੈਦਾ, ਭਗਤੀ ਰੂਪ ਖੰਡ ਹੈ, ਪ੍ਰੇਮ ਰੂਪੀ ਘਿਓ ਹੈ। ਸੋ ਜਿਵੇਂ ਸੱਪ ਦੇ ਸਿਰ ਵਿੱਚ ਮਣੀ ਪ੍ਰਕਾਸ਼ ਦੀ ਹੈ, ਐਵੇਂ ਇਹ ਸੁੱਖਾਂ ਦੇ ਪ੍ਰਕਾਸ਼ਨੇ ਵਾਲੀ ਹੈ। ਇਸ ਵਾਸਤੇ ਇਹਦਾ ਨਾਂ ਸੁਖ ਮਨੀ ਹੈ। ਜਿਵੇਂ ਪ੍ਰਤੱਖ ਮਣੀ ਡੱਬੇ ਵਿੱਚ ਸੰਭਾਲ ਕੇ ਰੱਖੀ ਦੀ ਹੈ, ਐਵੇਂ ਹੀ ਇਹ ਸੁਖਮਨੀ ਰੂਪ ਬਾਣੀ ਭਗਤ ਜਨਾਂ ਦੇ ਮਨ ਵਿੱਚ ਵਿਸ਼ਰਾਮ ਹੁੰਦਾ, ਵਾਸਾ ਕਰਦੀ ਹੈ, ਟਿਕਾਓ ਬਖਸ਼ਿਸ਼ ਕਰਦੀ ਹੈ। ਸੋ ਇਸ ਪ੍ਰਕਾਰ ਸੋ ਗੁਰੂ ਸਾਹਿਬਾਂ ਨੇ ਇਹ ਰਹਾਉ ਦੀਆਂ 2 ਪੰਕਤੀਆਂ ਹਰ ਪੌੜੀ ਦੀਆਂ 10 ਤੁਕਾਂ ਤੋਂ ਅਲੱਗ ਆਖੀਆਂ ਨੇ, ਅਤੇ ਇਸ ਪ੍ਰਕਾਰ ਇਹਨਾਂ ਹੀ 2 ਤੁਕਾਂ ਵਿੱਚ ਇਸ ਬਾਣੀ ਦਾ ਨਾਮ ਮਹਾਰਾਜ ਨੇ ਸੁਖਮਨੀ ਸਾਹਿਬ ਕਿਹਾ। ਇਹ 2 ਤੁਕਾਂ ਹੀ ਸਾਰੀ ਸੁਖਮਨੀ ਸਾਹਿਬ ਦਾ ਮੂਲ ਰੂਪ ਹਨ। ਬਾਕੀ ਸਾਰੀ ਬਾਣੀ ਟੀਕਾ ਰੂਪ ਹੈ। ਸੋ ਇਸ ਪ੍ਰਕਾਰ ਇਹਨਾਂ ਤੁਕਾਂ ਦਾ ਵੀ ਨਾਲ ਨਾਲ ਧਿਆਨ ਰੱਖਣਾ ਕਿ ਕੀ ਲਿਖਿਆ ਹੋਇਆ। ਰਹਾਉ ਅੱਗੋਂ ਹੁਣ ਵਿਸ਼ਰਾਮ ਦੇ ਕੇ ਸਿਮਰਨ ਕਰਨ ਦਾ ਫਲ ਦੱਸਦੇ ਨੇ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇਹ ਜੀਵ ਮਾਤਾ ਦੇ ਉਦਰ 'ਚ ਦੁਬਾਰਾ ਨਹੀਂ ਆਉਂਦਾ। ਸੋ ਅਰਥ ਜਿਹੜਾ ਹੈਗਾ ਪ੍ਰਭ ਕੈ ਸਿਮਰਨ, ਉਹ ਸਾਰਿਆਂ ਦਾ ਇੱਕੋ ਹੀ ਹੈ। ਇਸ ਕਰਕੇ ਪਿਛਲੇ ਅਰਥ ਨੂੰ ਹੀ ਆਪਾਂ ਰਿਪੀਟ ਕਰਾਂਗੇ। ਪਹਿਲੀ ਗੱਲ, ਪਹਿਲਾ ਬਚਨ ਇੱਕੋ ਹੀ ਰਹਿਣਾ। ਪ੍ਰਭੂ ਦੇ ਸਿਮਰਨ ਕਰਨੇ ਕਰਕੇ ਜੀਵ ਕੋ ਜਿਹੜਾ ਹੈ, ਜੀਵ ਪਾਸੋਂ ਦੁੱਖ ਤੇ ਜਮ ਜਿਹੜੇ ਆ, ਜਮਦੂਤ ਆ, ਉਹ ਨਸ ਜਾਂਦੇ ਨੇ, ਭਾਵ ਦੂਰ ਹੋ ਜਾਂਦੇ ਨੇ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭੂ ਦੇ ਸਿਮਰਨ ਕਰਕੇ ਜੀਵ ਕਾਲ ਤੋਂ ਭਾਵ ਮੌਤ ਨੂੰ ਪਰ ਹਰੈ, ਭਜਾ ਦਿੰਦਾ ਹੈ
ਤੇ ਜੀਵ ਦੇ ਸਿਰ ਤੋਂ ਦੁਸ਼ਮਣ ਟਲ ਜਾਂਦਾ ਪ੍ਰਭੂ ਦਾ ਸਿਮਰਨ ਕਰਨ ਨਾਲ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭੂ ਦਾ ਸਿਮਰਨ ਕਰਦਿਆਂ ਜੀਵ ਨੂੰ ਕੋਈ ਵਿਘਨ ਨਹੀਂ ਲੱਗਦਾ। ਸੋ ਪ੍ਰਭੂ ਦੇ ਸਿਮਰਨ ਕਰਕੇ ਜੀਵ ਰਾਤ ਦਿਨ ਗਿਆਨ ਜਾਗਰਤ ਵਿੱਚ ਜਾਗਦਾ ਰਹਿੰਦਾ ਹੈ। ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪ੍ਰਭੂ ਦੇ ਸਿਮਰਨ ਕਰਕੇ ਜੀਵ ਨੂੰ ਕੋਈ ਡਰ ਨਹੀਂ ਲੱਗਦਾ। ਪ੍ਰਭੂ ਦੇ ਸਿਮਰਨ ਕਰਕੇ ਜੀਵ ਨੂੰ ਕੋਈ ਦੁੱਖ ਵੀ ਨਹੀਂ ਆਉਂਦਾ, ਸਤਾਉਂਦਾ ਵੀ ਨਹੀਂ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭੂ ਦਾ ਸਿਮਰਨ ਸੰਤਾਂ ਦੇ ਸੰਗ ਵਿੱਚੋਂ ਮਿਲਦਾ। ਮਹਾਰਾਜ ਫਰਮਾਉਂਦੇ ਆ, ਸੰਤਾਂ ਦੇ ਸੰਗ ਦੁਆਰਾ ਹਰੀ ਵਿੱਚ ਰੰਗ ਹੁੰਦਾ। ਪ੍ਰੇਮ ਕਰਨ ਨਾਲ ਸਰਬ ਨਿਧਾਨ ਸਾਰੇ ਖਜ਼ਾਨੇ ਪ੍ਰਾਪਤ ਹੁੰਦੇ ਨੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭੂ ਦੇ ਸਿਮਰਨ ਕਰਕੇ ਰਿੱਧੀਆਂ ਸਿੱਧੀਆਂ ਤੇ ਨੌ ਨਿੱਧੀਆਂ ਮਿਲ ਜਾਂਦੀਆਂ ਹਨ। ਪ੍ਰਭੂ ਦੇ ਸਿਮਰਨ ਕਰਕੇ ਗਿਆਨ ਧਿਆਨ ਦੇ ਸਹਿਤ ਤਤ ਸਰੂਪ ਦੇ ਜਾਣਨ ਵਾਲੀ ਬੁੱਧੀ ਪ੍ਰਾਪਤ ਹੁੰਦੀ ਹੈ। ਸੋ ਤਤ ਵੇਤਿਆਂ ਵਾਲੀ ਬੁੱਧੀ ਪ੍ਰਾਪਤ ਹੁੰਦੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭੂ ਦੇ ਸਿਮਰਨ ਕਰਕੇ ਜਪ ਤਪ ਆਦਿ ਦੇ ਕਰਨ ਦਾ ਫਲ ਤੇ ਠਾਕੁਰ ਪੂਜਾ ਆਦਿਕ ਕਰਮਾਂ ਦੇ ਕਰਨ ਦਾ ਫਲ ਪ੍ਰਾਪਤ ਹੁੰਦਾ। ਪ੍ਰਭੂ ਦੇ ਸਿਮਰਨ ਕਰਕੇ ਜਿਹੜਾ ਦਵੈਸ਼ ਭਾਏ ਦੂਰ ਹੋ ਜਾਂਦਾ ਮਨ ਚੋਂ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭੂ ਦੇ ਸਿਮਰਨ ਕਰਕੇ ਸਾਰੇ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਆ। ਭਾਵ ਬਾਹਰ ਜਾਣ ਦੀ ਕੋਈ ਲੋੜ ਹੀ ਨਹੀਂ, ਘਰ ਬੈਠੇ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ। ਸੋ ਇਸੇ ਪ੍ਰਕਾਰ ਫਿਰ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਹੋਰ ਕੀ ਹੁੰਦਾ, ਪਰਲੋਕ ਦਰਗਾਹ ਵਿੱਚ ਇਹ ਜੀਵ ਮਾਨੀ ਹੁੰਦਾ, ਮਾਣ ਇੱਜ਼ਤ ਪਾਉਂਦਾ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਵਾਹਿਗੁਰੂ ਦੇ ਸਿਮਰਨ ਕਰਕੇ ਜੀਵ ਪਾਸੋਂ ਵੀ ਜੋ ਵੀ ਕਰਮ ਹੁੰਦਾ ਭਲਾ ਹੀ ਹੁੰਦਾ। ਪਰਮੇਸ਼ਰ ਵੱਲੋਂ ਜੋ ਵੀ ਹੁੰਦਾ ਉਹਦੀ ਨਿਗਾਹ ਵਿੱਚ ਭਲਾ ਹੀ ਹੁੰਦਾ। ਪ੍ਰਭੂ ਦੇ ਸਿਮਰਨ ਕਰਕੇ ਜੀਵ ਧੀਆਂ ਪੁੱਤਰਾਂ ਆਦਿਕ ਸ੍ਰੇਸ਼ਟ ਫਲਾਂ ਕਰਕੇ ਪ੍ਰਫੁੱਲਤ ਹੁੰਦਾ। ਦੁਨਿਆਵੀ ਸਕਾਮੀ ਨਿਸਕਾਮੀ ਨੂੰ ਗਿਆਨ ਰੂਪ ਸ੍ਰੇਸ਼ਟ ਫਲ ਕਰਕੇ ਫਲਦਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਕੈ ਲਾਗਾਂ ਪਾਏ। 263 ਅੰਗ ਤੇ ਫਰਮਾਉਂਦੇ ਆ, ਜਿਨ੍ਹਾਂ ਪਾਸੋਂ ਪਰਮੇਸ਼ਰ ਆਪ ਸਿਮਰਨ ਕਰਵਾਉਂਦਾ ਉਹੀ ਜੀਵ ਸਿਮਰਨ ਕਰਦੇ ਹਨ। ਮਹਾਰਾਜ ਫਰਮਾਉਂਦੇ ਆ, ਅਸੀਂ ਉਹਨਾਂ ਦੇ ਪਾਏ ਲੱਗਦੇ ਹਾਂ, ਭਾਵ ਚਰਨੀ ਲੱਗਦੇ ਹਾਂ। ਤੁਸੀਂ ਵੀ ਉਹਨਾਂ ਦੇ ਚਰਨੀ ਲੱਗਣਾ ਕਰੋ ਭਾਈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭੂ ਦਾ ਸਿਮਰਨ ਸਾਰਿਆਂ ਕਰਮਾਂ ਧਰਮਾਂ ਤੋਂ ਉੱਚਾ ਹੈ। ਪ੍ਰਭੂ ਦਾ ਸਿਮਰਨ ਕਰਕੇ ਮੂਚਾ ਹੁੰਦਾ। ਬਹੁਤੇ ਪੁਰਸ਼ ਜਿਹੜੇ ਆ ਸੰਸਾਰ ਸਮੁੰਦਰ ਤੋਂ ਉਧਰੇ ਭਾਵ ਤਰ ਗਏ ਨੇ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਪ੍ਰਭੂ ਦੇ ਸਿਮਰਨ ਕਰਕੇ ਤ੍ਰਿਸ਼ਨਾ ਰੂਪ ਅੱਗ ਬੁਝ ਜਾਂਦੀ ਹੈ। ਸੋ ਅੰਤਰਜਾਮਤਾ ਨਾਲ ਸਭ ਕੁਝ ਸੁੱਝ ਜਾਂਦਾ ਹੈ। ਇਹ ਪਹਿਲਾ ਜਿਹੜਾ ਬਾਰ-ਬਾਰ ਆਪਣਾ ਦੱਸਣਾ ਪ੍ਰਭੂ ਕੈ ਸਿਮਰਨ, ਇੱਕ ਵਾਰੀ ਉਹ ਕਹਾਂਗੇ, ਅਗਲਾ ਅਰਥ ਨਾਲ ਹੀ ਜੋੜ ਲੈਣਾ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭੂ ਦੇ ਸਿਮਰਨ ਕਰਕੇ ਜਮਾਂ ਦਾ ਤਰਾਸਾ ਭਾਵ ਡਰ ਨਹੀਂ ਹੁੰਦਾ, ਸਭ ਆਸਾਂ ਪੂਰਨ ਹੋ ਜਾਂਦੀਆਂ ਹਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹਿ ਸਮਾਏ। ਪ੍ਰਭੂ ਦੇ ਸਿਮਰਨ ਕਰਕੇ ਮਨ ਦੀ ਪਾਪਾਂ ਰੂਪੀ ਜਾਂ ਵਿਦਿਆ ਰੂਪ ਮੈਲ ਚਲੀ ਜਾਂਦੀ ਆ ਤੇ ਨਾਮ ਅੰਮ੍ਰਿਤ ਹਿਰਦੇ ਵਿੱਚ ਸਮਾ ਜਾਂਦਾ। ਰਿਦ ਮਾਹਿ ਸਮਾਏ, ਦਿਲ ਦੇ ਵਿੱਚ ਅੰਦਰ ਸਮਾ ਜਾਂਦਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭੂ ਜੀ ਆਪ ਸੰਤਾਂ ਦੀ ਰਸਨਾ ਪਰ ਵਸਦੇ ਆ। ਗੁਰੂ ਮਹਾਰਾਜ ਫਰਮਾਉਂਦੇ ਆ, ਇਸ ਲਈ ਮੈਂ ਸੰਤ ਜਨਾਂ ਦੇ ਦਾਸਾਂ ਦਾ ਦਾਸ ਹਾਂ ਭਾਈ, ਤੁਸੀਂ ਵੀ ਦਾਸਾਂ ਦੇ ਦਾਸ ਬਣੋ। ਪ੍ਰਭ ਕਉ ਸਿਮਰਹਿ ਸੇ ਧਨਵੰਤੇ, ਪ੍ਰਭ ਕਉ ਸਿਮਰਹਿ ਸੇ ਪਤਵੰਤੇ। ਜੋ ਪ੍ਰਭੂ ਦਾ ਸਿਮਰਨ ਕਰਦੇ ਆ ਉਹ ਅਸਲ ਧਨ ਵਾਲੇ ਧਨਾੜ ਹੁੰਦੇ ਨੇ, ਉਹੀ ਇੱਜ਼ਤ ਵਾਲੇ ਹੋ ਜਾਂਦੇ ਨੇ। ਇਹ ਅਗਲੀ ਪੰਕਤੀ ਦਾ ਦੇਖ ਲੈਣਾ, ਪਤਵੰਤੇ ਦਾ ਹੀ ਅਰਥ ਹੈ। ਪ੍ਰਭ ਕਉ ਸਿਮਰਿਆ ਤਾਂ ਇੱਕੋ ਹੀ ਦੋਵਾਂ ਥਾਵਾਂ ਤੇ, ਇਸ ਕਰਕੇ ਤਾਂ ਕਿ ਸੌਖਾ ਰਹੇ ਆਪਾਂ ਸਾਰਿਆਂ ਨੂੰ। ਪ੍ਰਭ ਕਉ ਸਿਮਰੈ ਸੇ ਜਨ ਪਰਵਾਨ, ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ। ਜੋ ਵਾਹਿਗੁਰੂ ਨੂੰ ਸਿਮਰਦੇ ਆ ਉਹ ਪੁਰਸ਼ ਪ੍ਰਮਾਣਨੀਕ ਹੈ, ਉਹੀ ਪੁਰਸ਼ ਪ੍ਰਧਾਨ ਨੇ, ਭਾਵ ਮੁਖੀ ਹਨ। ਪ੍ਰਭ ਕਉ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ। ਜੋ ਪ੍ਰਭੂ ਨੂੰ ਸਿਮਰਦੇ ਆ ਬੇਮੋਹਤਾਜ ਆ, ਉਹਨਾਂ ਨੂੰ ਕਿਸੇ ਦੀ ਪਰਵਾਹ ਹੀ ਨਹੀਂ, ਉਹ ਸਾਰਿਆਂ ਦੇ ਰਾਜੇ ਹਨ। ਪ੍ਰਭ ਕਉ ਸਿਮਰੈ ਸੇ ਸੁਖਵਾਸੀ, ਪ੍ਰਭ ਕਉ ਸਿਮਰੈ ਸਦਾ ਅਬਿਨਾਸੀ। ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸੁੱਖਾਂ 'ਚ ਵਸਦੇ ਆ,
ਉਹ ਸਦਾ ਵਾਸਤੇ ਅਬਿਨਾਸੀ ਵਾਹਿਗੁਰੂ ਦਾ ਸਰੂਪ ਹੋ ਜਾਂਦੇ ਹਨ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਜਿਨ੍ਹਾਂ ਉੱਤੇ ਪਰਮੇਸ਼ਰ ਆਪ ਦਿਆਲੂ ਹੁੰਦਾ ਉਹੀ ਪੁਰਸ਼ ਸਿਮਰਨ ਵਿੱਚ ਲੱਗਦੇ ਆ। ਮਹਾਰਾਜ ਜੀ ਫਰਮਾਉਂਦੇ ਗੁਰੂ ਅਰਜਨ ਦੇਵ ਜੀ, ਮੈਂ ਉਹਨਾਂ ਜਨਾਂ ਦੀ ਚਰਨ ਧੂੜੀ ਮੰਗਦਾ ਹਾਂ। ਇਸ ਤਰ੍ਹਾਂ ਠੀਕ ਹੈ ਨਾ? ਦੋ ਵਾਰੀ ਪ੍ਰਭ ਕਾ ਸਿਮਰਨ ਦੀ ਜਗ੍ਹਾ ਇੱਕ ਵਾਰ ਕਹਿ ਕੇ ਦੋਨੋਂ ਅਰਥ ਦੱਸ ਦੇਣੇ। ਠੀਕ ਹੈ। ਪ੍ਰਭ ਕਉ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰੈ ਤਿਨ ਸਦ ਬਲਿਹਾਰੀ। ਜੋ ਪ੍ਰਭੂ ਨੂੰ ਸਿਮਰਦੇ ਆ ਉਹ ਪੁਰਸ਼ ਜਿਹੜੇ ਹੁੰਦੇ ਆ ਪਰਉਪਕਾਰੀ ਹਨ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ। ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰੈ ਤਿਨ ਸੂਖ ਬਿਹਾਵੈ। ਜੋ ਪ੍ਰਭੂ ਨੂੰ ਸਿਮਰਦੇ ਆ ਉਹ ਮੂੰਹ ਜਿਹੜੇ ਨੇ ਸੋਭਨੀਕ ਹੁੰਦੇ ਨੇ, ਉਹਨਾਂ ਦੀ ਉਮਰ ਸੁੱਖਾਂ ਵਿੱਚ ਬਿਹਾਵੇ ਤੋਂ ਭਾਵ ਬੀਤਦੀ ਹੈ। ਪ੍ਰਭ ਕਉ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰੈ ਤਿਨ ਨਿਰਮਲ ਰੀਤਾ। ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੇ ਆਪਣੇ ਆਤਮ ਤੋਂ ਭਾਵ ਹੁੰਦਾ ਮਨ ਨੂੰ ਜਿੱਤ ਲਿਆ, ਉਹਨਾਂ ਦੀ ਰੀਤੀ ਜਿਹੜੀ ਨਿਰਮਲ ਪਵਿੱਤਰ ਹੋ ਜਾਂਦੀ ਹੈ। ਪ੍ਰਭ ਕਉ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕਉ ਸਿਮਰੈ ਬਸਹਿ ਹਰਿ ਨੇਰੇ। ਜੋ ਪ੍ਰਭੂ ਨੂੰ ਸਿਮਰਦੇ ਆ ਉਹਨਾਂ ਨੂੰ ਘਨੇਰੇ ਹੁੰਦੇ ਬਹੁਤੀ ਆਨੰਦ ਦੀ ਪ੍ਰਾਪਤੀ ਹੋਈ ਹੈ, ਜੋ ਉਹ ਫਿਰ ਹਰੀ ਦੇ ਨੇੜੇ ਵਸਦੇ ਨੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਜੋ ਸੰਤਾਂ ਦੀ ਕਿਰਪਾ ਨਾਲ ਰਾਤ ਦਿਨ ਜਾਗਦਾ ਹੈ, ਮੋਹ ਰੂਪ ਨੀਂਦ ਤੋਂ ਹਟ ਕੇ ਹੁਸ਼ਿਆਰ ਹੋ ਕੇ ਰਹਿੰਦਾ ਹੈ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ ਉਸ ਪੂਰੇ ਭਾਗਾਂ ਕਰਕੇ ਪ੍ਰਭੂ ਦਾ ਸਿਮਰਨ ਪ੍ਰਾਪਤ ਹੁੰਦਾ ਉਹਨੂੰ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬਹੁ ਨਾ ਝੂਰੇ। ਪ੍ਰਭੂ ਦਾ ਸਿਮਰਨ ਕਰਨ ਨਾਲ ਕੰਮ ਵੀ ਸਾਰੇ ਪੂਰੇ ਹੋ ਜਾਂਦੇ ਆ, ਇਹ ਜੀਵ ਕਦੇ ਝੂਰਦਾ ਵੀ ਨਹੀਂ ਹੈ। ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ। ਪ੍ਰਭੂ ਦੇ ਸਿਮਰਨ ਕਰਕੇ ਜੀਵ ਦੀ ਜਿਹੜੀ ਬਾਣੀ ਹੈ ਹਰੀ ਗੁਣ ਗਾਉਣ ਵਾਲੀ ਹੋ ਜਾਂਦੀ ਹੈ, ਸੋ ਇਹਦੀ ਬੁੱਧੀ ਸਹਿਜ ਪਾਦੇ 'ਚ ਫਿਰ ਸਮਾ ਜਾਂਦੀ ਹੈ। ਪ੍ਰਭ ਕਹਿ ਸਿਮਰਨ ਨਿਹਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਬਿਗਾਸਨ। ਪ੍ਰਭੂ ਦੇ ਸਿਮਰਨ ਕਰਕੇ ਜੀਵ ਦਾ ਜਿਹੜਾ ਆਸਣ ਹੈ ਨਿਹਚਲ ਹੋ ਜਾਂਦਾ, ਭਾਵ ਜੋਗੀਆਂ ਵਾਂਗ ਸਮਾਧੀ ਵਿੱਚ ਬੈਠ ਕੇ ਟੇਕ ਕੇ ਬੈਠਦਾ। ਸੋ ਨਿਹਚਲ ਆਸਨ ਹੁੰਦਾ, ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਦੇ ਸਿਮਰਨ ਕਰਕੇ ਹਿਰਦਾ ਕਮਲ ਬਿਗਾਸਨ ਭਾਵ ਖਿੜ ਜਾਂਦਾ। ਪ੍ਰਭ ਕਹਿ ਸਿਮਰਨ ਅਨਹਦ ਚੌਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਪ੍ਰਭੂ ਦੇ ਸਿਮਰਨ ਕਰਕੇ ਅਨਹਦ ਹੁੰਦਾ ਇੱਕ ਰਸ ਝੁਨਕਾਰ, ਆਨੰਦ ਦੇ ਵਾਜੇ ਵੱਜਦੇ ਹਨ, ਉਹਦੇ ਪਾਰ ਔਰ ਵਾਰ ਦਾ ਅੰਤ ਹੀ ਨਹੀਂ ਆਉਂਦਾ। ਸਿਮਰੈ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਿਆ। ਜਿਨ੍ਹਾਂ ਉੱਪਰ ਵਾਹਿਗੁਰੂ ਦੀ ਮਾਇਆ ਭਾਵ ਕਿਰਪਾ ਦ੍ਰਿਸ਼ਟੀ ਹੋਈ ਹੈ ਉਹ ਜੀਵ ਵਾਹਿਗੁਰੂ ਦਾ ਸਿਮਰਨ ਕਰਦੇ ਆ। ਮਹਾਰਾਜ ਫਰਮਾਉਂਦੇ ਮੈਂ ਉਹਨਾਂ ਗੁਰਮੁਖ ਜਨਾਂ ਦੀ ਸ਼ਰਨ ਵਿੱਚ ਪਿਆ ਹਾਂ। ਆਪਾਂ ਨੂੰ ਸਮਝਾਉਂਦੇ ਆ ਸ਼ਰਨ ਵਿੱਚ ਪੈ ਜਾਓ ਉਹਨਾਂ ਦੀ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰੀ ਨੇ ਆਪਣੇ ਸਿਮਰਨ ਕਰਾਉਣ ਵਾਸਤੇ ਭਗਤ ਪ੍ਰਗਟ ਕੀਤੇ ਹਨ। ਹਰੀ ਨੇ ਆਪਣੇ ਸਿਮਰਨ ਲਗ ਭਾਵ ਵਾਸਤੇ ਹੀ ਵੇਦ ਪੈਦਾ ਕੀਤੇ ਨੇ। ਹਰੀ ਦਾ ਸਿਮਰਨ ਕਰਕੇ ਭਗਤ ਸੰਸਾਰ ਵਿੱਚ ਪ੍ਰਗਟ ਹੋ ਆਏ ਆ। ਸੋ ਇਸੇ ਪ੍ਰਕਾਰ ਹਰੀ ਦੇ ਸਿਮਰਨ ਵਿੱਚ ਲੱਗ ਕੇ ਬ੍ਰਹਮਾ ਨੇ ਵੇਦਾਂ ਨੂੰ ਉਪਾਏ ਭਾਵ ਪ੍ਰਗਟ ਕੀਤਾ ਹੈ। ਜਿਸ ਹਰੀ ਨੇ ਵੇਦ ਉਪਾਏ ਹਨ, ਇਹ ਜੀਵ ਤੂੰ ਉਹਦੇ ਸਿਮਰਨ ਵਿੱਚ ਲੱਗਣਾ ਕਰ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰੀ ਦੇ ਸਿਮਰਨ ਕਰਕੇ ਹੀ ਸਿੱਧ ਜਤੀ ਦੇ ਦਾਤੇ ਹੋਏ ਨੇ। ਸੋ ਨੀਚ ਪੁਰਸ਼ ਚਹੁ ਦਿਸ਼ਾ ਵਿੱਚ ਜਾਤੇ ਭਾਵ ਜਾਣੇ ਜਾਂਦੇ ਨੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰੀ ਨੇ ਆਪਣੇ ਸਿਮਰਨ ਕਰਾਉਣ ਵਾਸਤੇ ਸਾਰੀ ਧਰਤੀ ਧਾਰੀ ਤੋਂ ਭਾਵ ਬਣਾਈ ਹੈ। ਸੋ ਸ਼ੇਸ਼ਨਾਗ ਨੇ ਹਰੀ ਦੇ ਸਿਮਰਨ ਵਿੱਚ ਜੁੜ ਕੇ ਸਾਰੀ ਧਰਤੀ ਪਹਾੜਾਂ ਸਮੇਤ ਆਪਣੇ ਸਿਰ ਉੱਤੇ ਫੁੱਲ ਵਾਂਗ ਟਿਕਾ ਕੇ ਰੱਖੀ ਹੋਈ ਹੈ। ਜੋ ਹਰੀ ਸਭ ਕਾਰਜਾਂ ਦੇ ਕਰਨ ਵਾਲਾ ਹੈ, ਜੋ ਹਰੀ ਸਭ ਕਾਰਨਾਂ ਦੇ ਕਰਨ ਵਾਲਾ ਹੈ, ਉਹਦੇ ਸਿਮਰਨ ਨੂੰ ਸਿਮਰਨਾ ਕਰ। ਉਹਦੇ ਸਿਮਰਨ ਨੂੰ ਸਿਮਰ ਕੇ ਹਰ ਹੁੰਦਾ ਬ੍ਰਹਮਾ ਜਗਤ ਦੇ ਸਭ ਕਾਰਨਾਂ ਦੇ ਕਰਨ ਵਾਲਾ ਬਣਿਆ। ਉੱਥੋਂ ਸ਼ਕਤੀ ਲਈ ਆ ਉਹਨੇ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਹਰੀ ਨੇ ਆਪਣੇ ਸਿਮਰਨ ਕਰਾਉਣ ਵਾਸਤੇ ਸਾਰਿਆਂ ਆਕਾਰਾਂ ਭਾਵ ਸਰੀਰਾਂ ਨੂੰ ਕੀਤਾ ਪੈਦਾ। ਜੇਤਾ ਕੀਤਾ ਤੇਤਾ ਨਾਉ, ਜਿੰਨੀ ਸ੍ਰਿਸ਼ਟੀ ਰਚੀ ਆ ਨਾਮ ਜਪਣ ਨੂੰ ਹੀ ਰਚੀ ਆ। ਹਰ ਭਾਵ ਬ੍ਰਹਮਾ ਨੇ ਸਿਮਰਨ ਵਿੱਚ ਲੱਗ ਕੇ ਸਗਲ ਆਕਾਰਾ ਸਾਰੇ ਪ੍ਰਪੰਚ ਨੂੰ ਪੈਦਾ ਕੀਤਾ ਹੈ। ਸੋ ਨਿਰੰਕਾਰ ਦੇ ਸਿਮਰਨ ਵਿੱਚ ਆਪ ਹਰ ਭਾਵ ਵਿਸ਼ਨੂੰ ਲੱਗਿਆ ਹੋਇਆ ਹੈ।
ਹਰੀ ਦੇ ਸਿਮਰਨ ਵਿੱਚ ਨਿਰੰਕਾਰ ਆਪ ਆ ਕੇ ਦਰਸ਼ਨ ਦਿੰਦਾ ਹੈ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਜਿੱਥੇ ਹਰੀ ਦਾ ਸਿਮਰਨ ਹੁੰਦਾ ਹੈ ਉੱਥੇ ਨਿਰੰਕਾਰ ਆਪ ਵਾਸਾ ਕਰਦੇ ਨੇ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਪਰਮੇਸ਼ਰ ਨੂੰ ਆਪ ਕਿਰਪਾ ਕਰਕੇ ਜਿਹਨੂੰ ਇਹ ਭੇਦ ਸਮਝਾ ਦਿੱਤਾ ਹੈ, ਮਹਾਰਾਜ ਕਥਨ ਕਰਦੇ ਉਹਨੇ ਗੁਰਮੁਖ ਭਾਵ ਮੁਖੀ ਗੁਰਾਂ ਪਾਸੋਂ ਹਰੀ ਦਾ ਸਿਮਰਨ ਕਰਨਾ ਪਾਇਆ ਹੈ। ਸ਼ਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ ਸ਼ਲੋਕ ਉਚਾਰਨ ਕਰਕੇ, ਇਹ ਦੀਨ ਭਾਵ ਗਰੀਬਾਂ ਦੇ ਦੁੱਖ ਜਨ ਦਰਦ ਦੇ ਭੰਜਨਾ ਭਾਵ ਨਾਸ ਕਰਨ ਵਾਲੇ ਵਾਹਿਗੁਰੂ ਆਪ ਘਟਾਂ ਘਟਾਂ ਵਿੱਚ ਵਿਆਪਕ ਅਤੇ ਅਨਾਥਾਂ ਦੇ ਨਾਥ ਹੋ। ਸ਼ਰਨ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ। ਗੁਰੂ ਸਾਹਿਬ ਜੀ ਕਥਨ ਕਰਦੇ ਇਹ ਵਾਹਿਗੁਰੂ ਆਪ ਮੈਂ ਸੇਵਕ ਦੇ ਨਾਲ ਹੀ ਹੋ ਹਮੇਸ਼ਾ, ਨਾਨਕ ਕੇ ਪ੍ਰਭ ਸਾਥ। ਇਸ ਕਰਕੇ ਮੈਂ ਆਪ ਦੀ ਸ਼ਰਨ ਵਿੱਚ ਆਇਆ ਹਾਂ ਜੀ। ਅਸ਼ਟਪਦੀ 8 ਪੌੜੀਆਂ ਹਨ, ਅੱਗੇ 10-10 ਤੁਕਾਂ ਆਉਣਗੀਆਂ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਇਹ ਭਾਈ ਜਿਸ ਜਗ੍ਹਾ ਮਾਤਾ ਪਿਤਾ ਪੁੱਤਰ ਮਿੱਤਰ ਤੇ ਭਰਾ ਕੋਈ ਸਹਾਇਕ ਨਹੀਂ ਹੋਵੇਗਾ ਤੇਰਾ ਅੱਗੇ ਚੱਲ ਕੇ, ਇਹ ਮਨ ਊਹਾ ਭਾਵ ਉਸ ਜਗ੍ਹਾ ਤੇਰੇ ਨਾਲ ਪਰਮੇਸ਼ਰ ਦਾ ਨਾਮ ਹੀ ਸਹਾਈ ਹੋਵੇਗਾ ਭਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜਿਸ ਪਰਲੋਕ ਰਸਤੇ ਵਿੱਚ ਬੜੇ ਭਿਆਨਕ ਜਮਦੂਤ ਜੀਵ ਨੂੰ ਦਲੈ ਭਾਵ ਮਾਰੇਗਾ, ਉਸ ਜਗ੍ਹਾ ਤੇਰੇ ਨਾਲ ਕੇਵਲ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੀ ਚੱਲੇਗਾ, ਹੋਰ ਕੋਈ ਨਹੀਂ ਸਹਾਇਤਾ ਕਰਨ ਵਾਲਾ ਉੱਥੇ। ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਜਿਸ ਜਗ੍ਹਾ ਤੈਨੂੰ ਬੜੀ ਭਾਰੀ ਮੁਸ਼ਕਲ ਭਾਵ ਤਕਲੀਫ ਹੋਵੇਗੀ, ਉਸ ਜਗ੍ਹਾ ਇੱਕ ਖਿਨ ਦੇ ਵਿੱਚ ਹਰੀ ਦਾ ਨਾਮ ਤੈਨੂੰ ਦੁੱਖਾਂ ਤੋਂ ਉਧਾਰੀ ਹੁੰਦਾ, ਬਚਾ ਲਵੇਗਾ। ਜਾ ਕੋ ਮੁਸ਼ਕਲ ਅਤ ਬਣੇ ਢੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ। ਸਭੋ ਭਜੈ ਆਸਰਾ ਚੂਕੈ, ਸਭ ਸਰਾਉ ਚਿਤਾਵੈ, ਉਸ ਪਾਰ ਬ੍ਰਹਮ ਲੱਗਨ ਤਤੀ ਬਾਉ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਜਿਨ੍ਹਾਂ ਪਾਪਾਂ ਤੋਂ ਅਨੇਕ ਤਰ੍ਹਾਂ ਦੇ ਪੁਨਹ ਚਰਨ ਹੁੰਦਾ, ਪ੍ਰਾਇਸ਼ਚਿਤ ਕਰਦਿਆਂ ਵੀ ਤੇਰਾ ਤਰਨਾ ਛੁਟਕਾਰਾ ਨਹੀਂ ਹੋਵੇਗਾ। ਹਰੀ ਦਾ ਨਾਮ ਉਹਨਾਂ ਕਰੋੜਾਂ ਪਾਪਾਂ ਨੂੰ ਪਰ ਹਰੈ, ਨਾਸ ਕਰ ਦਿੰਦਾ। ਘੋਰ ਦੁਖਯੰ ਅਨ ਖਤਯੰ ਜਨਮ ਦਾਰਿਦ੍ਰਿਯੰ ਮਹਾ ਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਪ ਕਾਸ਼ਟ ਭਸਮੰ ਕਰੋਤ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਗੁਰੂ ਮਹਾਰਾਜ ਫਰਮਾਉਂਦੇ ਨੇ, ਹੇ ਮੇਰੇ ਮਨ, ਗੁਰੂ ਦੁਆਰਾ ਤੂੰ ਨਾਮ ਨੂੰ ਜਪਣਾ ਕਰ ਭਾਈ। ਗੁਰੂ ਦੁਆਰਾ ਨਾਮ ਨੂੰ ਜਪਣਾ ਕਰੋ ਤਾਂ ਘਨੇਰੇ ਹੁੰਦਾ, ਬਹੁਤੇ ਸੁੱਖਾਂ ਨੂੰ ਪਾਓਗੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਭਾਵੇਂ ਸਾਰੀ ਦੁਨੀਆ ਦਾ ਰਾਜ ਹੈ ਕੋਈ, ਪਰ ਦੇਖੋ ਨਾਮ ਸਿਮਰਨ ਤੋਂ ਬਿਨਾਂ ਦੁਖੀ ਹੈ। ਭਾਵੇਂ ਗਰੀਬ ਹੈ, ਪਰ ਹਰੀ ਦਾ ਨਾਮ ਜਪਣ ਕਰਕੇ ਉਹ ਸੁਖੀ ਹੁੰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਜਪੋ, ਨਾਮ ਨਾਲ ਸੁਖ ਹੋਣਾ ਹੈ। ਮੁੱਖ ਰੂਪ ਦੇ ਵਿੱਚ ਨਾਮ ਹੀ ਜੀਵ ਨੂੰ ਸੁਖ ਦਿੰਦਾ। ਸਾਰੀ ਸ੍ਰਿਸ਼ਟੀ 'ਚ ਭਾਵੇਂ ਕੋਈ ਰਾਜਾ ਦੁੱਖ ਦੇ ਸਹਿਤ ਵੀ ਹੈ, ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਜਪਣ ਨਾਲ ਹੀ ਉਹ ਸੁਖੀ ਹੋਵੇਗਾ। ਲੱਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਚਾਹੇ ਲੱਖਾਂ ਕਰੋੜਾਂ ਬੰਧਨ ਵੀ ਪੈ ਜਾਣ, ਪਰ ਹਰੀ ਦਾ ਨਾਮ ਜਪਣ ਕਰਕੇ ਬੰਧਨਾਂ ਤੋਂ ਨਿਸਤਰੈ ਭਾਵ ਛੁੱਟ ਜਾਂਦਾ ਹੈ। ਸੋ ਬੰਧਨ ਵਾਲੇ ਧੱਦੇ ਨੂੰ ਔਂਕੜ ਸਮਝ ਕੇ ਨੰਨਾ ਅੱਖਰ ਵੱਖਰਾ ਨਹੀਂ ਬੋਲਣਾ। ਸੰਪਰਦਾਇ ਮਰਿਆਦਾ ਅਨੁਸਾਰ ਬੰਧਨ ਪਾਠ ਇਕੱਠਾ। ਇਸੇ ਤਰ੍ਹਾਂ ਕਈ ਪਾਠ ਗੁਰਬਾਣੀ 'ਚ ਹੋਰ ਵੀ ਆਉਂਦੇ ਨੇ। ਗੁਰਮੁਖ ਮੁਕਤੋਂ ਬੰਧਨ ਪਾਏ ਦੇ ਧੱਦੇ ਨੂੰ ਵੀ ਔਂਕੜ ਲੱਗਿਆ ਹੋਇਆ ਬਾਣੀ 'ਚ। ਇਸੇ ਪ੍ਰਕਾਰ ਸੁਭਰ ਸਰਵਲ ਮੈਲਨ ਧੋਵੈ, ਲੱਲੇ ਨੂੰ ਇੱਥੇ ਔਂਕੜ ਹੈ। ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ, ਜਮਨ ਦੇ ਮੰਮੇ ਨੂੰ ਔਂਕੜ ਹੈ। ਸੋ ਇਸ ਪ੍ਰਕਾਰ ਜਿਹੜੇ ਇਹ ਹੁਣ ਤੋਂ ਹੀ ਕਹਿਣਾ ਸ਼ੁਰੂ ਹੋਏ ਨੇ, ਥੋੜ੍ਹੇ ਚਿਰ ਤੋਂ ਹੀ, ਬਸ 1930-40 ਤੋਂ, ਜਾਂ ਜਿਹੜੇ ਸਿਆਣੇ ਜੇ ਪੈਦਾ ਹੋਏ ਨਵੇਂ ਉਦੋਂ ਪਹਿਲਾਂ ਬੰਧਨ ਪਾਠ ਹੀ ਹੁੰਦਾ ਸੀ। ਇਹਦਾ ਮਤਲਬ ਸਾਰੇ ਜਿਹੜੇ ਪਿਛਲੇ ਸੀ ਉਹ ਗਲਤੀ ਸੀਗੇ, ਇਹੀ ਨਵੇਂ ਜੰਮੇ ਨੇ। ਸੋ ਇਸੇ ਸ਼ੰਕਾ ਨੂੰ ਦੂਰ ਕਰਨ ਲਈ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਸਿੱਧਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕਰਕੇ ਪੁੱਛਿਆ। ਬ੍ਰਹਮ ਗਿਆਨੀ ਸਨ ਆਪ। ਮਹਾਰਾਜ ਨੇ ਕਿਹਾ ਸੀ, ਭਾਈ ਹਰਨਾਮ ਸਿੰਘ ਸ਼ੰਕਾ ਨਾ ਕਰਿਓ, ਇਹ ਪਾਠ ਅਸੀਂ ਆਪ ਲਿਖਿਆ, ਇਹ ਬੰਧਨ ਹੀ ਲਿਖਿਆ ਅਸੀਂ, ਬੰਧ ਨਾ ਵੱਖਰਾ ਵੱਖਰਾ ਨਹੀਂ ਕਰਨਾ ਹੈ। ਇਸ ਕਰਕੇ ਇਹ ਪਾਠ ਇਸ ਤਰ੍ਹਾਂ ਕਰਨਾ, ਚਾਹੇ ਲੱਖਾਂ ਕਰੋੜਾਂ ਬੰਧਨ ਵੀ ਪੈ ਜਾਣ,
ਪਰ ਹਰੀ ਦਾ ਨਾਮ ਜਪਣ ਕਰਕੇ ਬੰਧਨਾਂ ਤੋਂ ਨਿਸਤਰੈ ਭਾਵ ਛੁੱਟ ਜਾਂਦਾ ਹੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰਿ ਕਾ ਨਾਮ ਜਪਤ ਆਗਾਵੈ। ਮਾਇਆ ਦੇ ਅਨੇਕਾਂ ਰੰਗ ਆਨੰਦ ਵੀ ਜਿਸ ਭੁੱਖ ਤ੍ਰੇ ਨੂੰ ਨਹੀਂ ਬੁਝਾ ਸਕਦੇ, ਹਰੀ ਦਾ ਨਾਮ ਜਪਣ ਕਰਕੇ ਉਸ ਭੁੱਖ ਤ੍ਰੇ ਵੱਲੋਂ ਮਨ ਨੂੰ ਆਗਾਵੈ, ਭਾਵ ਮਨ ਜਿਹੜਾ ਰੱਜ ਜਾਂਦਾ। ਜੇ ਮਾਰਗ ਇਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ। ਜਿਸ ਜਮ ਰਸਤੇ ਵਿੱਚ ਇਹ ਜੀਵ ਕੱਲਾ ਜਾਂਦਾ, ਉਸ ਜਗ੍ਹਾ ਹਰੀ ਦਾ ਨਾਮ ਹੀ ਇਹਦਾ ਸੁਹੇਲਾ ਦਾ ਮਤਲਬ ਸੁਖਦਾਈ, ਸੰਗ ਭਾਵ ਸੰਗੀ ਭਾਵ ਸਾਥੀ ਹੁੰਦਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਮਹਾਰਾਜ ਫਰਮਾਉਂਦੇ ਇਹੋ ਜਿਹਾ ਨਾਮ ਨੂੰ ਗੁਰੂ ਦੁਆਰਾ ਹਮੇਸ਼ਾ ਮਨ ਵਿੱਚ ਧਿਆਉਣਾ ਕਰੀਏ, ਤਾਂ ਹੀ ਪਰਮਗਤ ਹੁੰਦਾ, ਜਿਹੜੀ ਕੇਵਲ ਮੁਕਤੀ ਪ੍ਰਾਪਤ ਹੁੰਦੀ ਹੈ। ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਪ੍ਰਤੱਖ ਲੱਖਾਂ ਕਰੋੜਾਂ ਬਾਹਾਂ ਵਾਲਾ ਵੀ, ਭਰਾਵਾਂ ਰੂਪੀ ਬਾਹਾਂ, ਮਿੱਤਰਾਂ ਰੂਪੀ ਲੱਖਾਂ ਕਰੋੜਾਂ ਬਾਹਾਂ, ਲੱਖਾਂ ਫੌਜਾਂ ਵੀ ਹੋਣ, ਉਹ ਜਿਹੜਾ ਲੱਖਾਂ ਫੌਜਾਂ ਵਾਲਾ ਪੁਰਸ਼ ਵੀ ਜਿਸ ਜਮ ਤੋਂ ਨਹੀਂ ਛੁੱਟ ਸਕਦਾ, ਉੱਥੇ ਕਿਸੇ ਨੇ ਸਾਥ ਹੀ ਨਹੀਂ ਦੇਣਾ ਜਾ ਕੇ। ਨਾਮ ਜਪਣ ਵਾਲਾ ਬੰਦਾ ਉਸ ਜਮ ਤੋਂ ਪਾਰ ਪੈ ਜਾਂਦਾ ਹੈ। ਅਨਕ ਵਿਘਨ ਜਹ ਆਏ ਸੰਘਾਰੈ, ਹਰਿ ਕਾ ਨਾਮ ਤਤਕਾਲ ਉਧਾਰੈ। ਅਨੇਕਾਂ ਜਿੱਥੇ ਵਿਘਨ ਰੁਕਾਵਟਾਂ ਜਿੱਥੇ ਆ ਕੇ ਜੀਵ ਨੂੰ ਸੰਘਾਰਿਤ ਪਾ ਮਾਰਦੀਆਂ ਨੇ, ਉੱਥੇ ਹਰੀ ਦਾ ਨਾਮ ਆ ਕੇ ਜੀਵ ਨੂੰ ਤਤਕਾਲ ਛੇਤੀ ਤੋਂ ਛੇਤੀ ਵਿਘਨਾਂ ਤੋਂ ਉਧਾਰੈ, ਭਾਵ ਬਚਾ ਲੈਂਦਾ ਹੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਜਿਹੜੇ ਜੀਵ ਅਨੇਕਾਂ ਜੂਨੀਆਂ 'ਚ ਜੰਮਦਾ ਤੇ ਮਰਦਾ, ਮਰ ਕੇ ਫਿਰ ਜੰਮਦਾ, ਉਹ ਜੀਵ ਨਾਮ ਜਪਣ ਕਰਕੇ ਵਿਸਰਾਮ ਭਾਵ ਟਿਕਾਅ ਪਾ ਲੈਂਦਾ ਹੈ। ਹਉ ਮੈਲਾ ਮਲ ਕਬਹੁ ਨਾ ਧੋਵੈ, ਹਰਿ ਕਾ ਨਾਮ ਕੋਟ ਪਾਪ ਖੋਵੈ। ਜੋ ਹਉਮੈ ਦੀ ਮੈਲ ਕਰਕੇ ਮੈਲਾ ਹੈ ਤੇ ਉਸ ਮੈਲ ਨੂੰ ਕਦੇ ਧੋ ਨਹੀਂ ਸਕਦਾ, ਹਰੀ ਦਾ ਨਾਮ ਉਸ ਮੈਲ ਨੂੰ ਧੋ ਕੇ ਕਰੋੜਾਂ ਪਾਪਾਂ ਨੂੰ ਖੋਵੈ, ਨਾਸ ਕਰ ਦਿੰਦਾ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਇਹੋ ਜਿਹੇ ਨਾਮ ਨੂੰ ਮਨ ਵਿੱਚ ਪ੍ਰੇਮ ਕਰਕੇ ਜਪਣਾ ਕਰੋ ਭਾਈ। ਗੁਰੂ ਸਾਹਿਬ ਫਰਮਾਉਂਦੇ ਆ, ਪਰ ਪ੍ਰਾਪਤ ਇਹ ਕਿੱਥੋਂ ਹੋਣਾ? ਕਹਿੰਦੇ ਸੰਤਾਂ ਦੇ ਸੰਗ ਵਿੱਚੋਂ ਹੋਣਾ। ਸੰਗਤਾਂ ਵਿੱਚ ਬੈਠੋ, ਗੁਰੂ ਦੀ ਸੰਗਤ ਕਰੋ। ਗੁਰੂ ਦੀ ਸੰਗਤ ਵਿੱਚ ਰੰਗਤ ਵਾਲੇ ਪ੍ਰੇਮੀ ਹੈ। ਪ੍ਰਧਾਨ ਕੀ ਹੈ? ਜਿਹੜੇ ਪਰਮਾਤਮਾ ਨੇ ਪੰਜ ਪ੍ਰਮਾਣ, ਪੰਜ ਪ੍ਰਧਾਨ, ਉਹਨਾਂ ਦੇ ਕੋਲ ਜਿਹੜੇ ਨਿਸ਼ਕਾਮੀ ਹੁੰਦੇ ਨੇ। ਕਿਉਂ? ਸੰਗਤ ਵਿੱਚ 99 ਬੰਦੇ ਜਿਹੜੇ ਆ ਉਹ ਤਾਂ ਕਾਮਨਾ ਲੈ ਕੇ ਆਉਂਦੇ ਨੇ। ਇੱਕ ਬੰਦਾ ਉਹ ਹੁੰਦਾ ਜਿਹੜਾ ਸਕਾਮ ਨਹੀਂ ਹੁੰਦਾ, ਨਿਸ਼ਕਾਮੀ ਹੁੰਦਾ। ਨਿਸ਼ਕਾਮੀ ਪੁਰਸ਼ ਜਿਹੜੇ ਮਹਾਂਪੁਰਖ ਹੁੰਦੇ ਨੇ, ਸੰਤ ਮਹਾਤਮਾ, ਉਹਨਾਂ ਗੁਰਮੁਖਾਂ ਦੀ ਕਹਿੰਦੇ ਸੰਗਤ ਕਰੋ। ਸਕਾਮੀ ਤਾਂ ਫੇਰ ਕੋਈ ਇੱਛਾ ਖੜੀ ਕਰ ਦੂਗਾ ਆਪਣੀ। ਨਿਹਕਾਮੀਆਂ ਦੀ ਸੰਗਤ ਕਰੋ ਤਾਂ ਕਿ ਆਪਾਂ ਵੀ ਨਿਹਕਾਮ ਹੋ ਸਕੀਏ। ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰਿ ਕਾ ਨਾਮ ਊਹਾ ਸੰਗ ਤੋਸਾ। ਜਿਸ ਜਮ ਮਾਰਗ ਪਾਪ ਪ੍ਰਲੋਕ ਰਸਤੇ ਦੇ ਕੋਹ ਗਿਣੇ ਨਹੀਂ ਜਾਂਦੇ, ਹਰੀ ਦਾ ਨਾਮ ਉਸ ਰਸਤੇ ਵਿੱਚ ਜੀਵ ਦੇ ਨਾਲ ਤੋਸਾ ਹੁੰਦਾ, ਖਰਚਾ ਬਣ ਕੇ ਜਾਂਦਾ। ਮੁਸਾਫਰੀ ਵੇਲੇ ਜੋ ਖਾਣ ਪੀਣ ਲਈ ਨਾਲ ਚੀਜ਼ਾਂ ਲਿਜਾਈਦੀਆਂ ਉਹਨੂੰ ਤੋਸਾ ਕਹਿੰਦੇ ਆ। ਧਰਮ ਸ਼ਾਸਤਰ ਵਿੱਚ ਵੀ ਪ੍ਰਲੋਕ ਦਾ ਰਸਤਾ 365 ਦਿਨਾਂ ਦਾ ਭਾਵ 1 ਸਾਲ ਦਾ ਲਿਖਿਆ। ਉਹ ਵੀ ਚੰਗੇ ਬੰਦਿਆਂ ਵਾਸਤੇ। ਜਿਹੜੇ ਪਾਪੀ ਆ ਉਹਨਾਂ ਵਾਸਤੇ ਤਾਂ 16 ਮਹੀਨੇ ਦਾ ਰਾਹ ਲਿਖਿਆ। ਬਹੁਤ ਮਾਰ ਪੈਂਦੀ ਜਾਂਦੀ ਹੈ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ, ਜੇ ਪੈਂਡ ਹੈ ਮਹਾ ਅੰਧ ਗੁਬਾਰਾ, ਹਰਿ ਕਾ ਨਾਮ ਸੰਗ ਉਜਿਆਰਾ। ਜਿਸ ਜਮ ਰਸਤੇ ਵਿੱਚ ਬੜਾ ਘੁੱਪ ਹਨੇਰਾ ਹੁੰਦਾ, ਹਰੀ ਦਾ ਨਾਮ ਜੀਵ ਦੇ ਨਾਲ ਉੱਥੇ ਉਜਿਆਰਾ, ਪ੍ਰਕਾਸ਼ ਕਰਦਾ, ਰੌਸ਼ਨੀ ਕਰਦਾ ਜੇ ਜਪਿਆ ਹੋਵੇ ਤਾਂ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰਿ ਕਾ ਨਾਮ ਤੈ ਨਾਲ ਪਛਾਨੂ। ਜਿਸ ਜਮ ਰਸਤੇ 'ਚ ਤੇਰਾ ਕੋਈ ਹੁਣ ਸਿਆਣੂ ਨਹੀਂ, ਵਾਕਫ ਨਹੀਂ ਬਣੇਗਾ, ਹਰੀ ਦਾ ਨਾਮ ਉੱਥੇ ਤੇਰੇ ਨਾਲ ਜਾਣੂ ਬਣੇਗਾ, ਮਿੱਤਰ ਹੋਵੇਗਾ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰਿ ਕੇ ਨਾਮ ਕੀ ਤੁਮ ਉਪਰ ਛਾਮ। ਜਿਸ ਜਮ ਰਸਤੇ ਵਿੱਚ ਬੜੀ ਭਿਆਨਕ ਘਾਮ, ਕਹਿੰਦੇ ਧੁੱਪ ਨੂੰ, ਧੁੱਪ ਦੀ ਬਹੁਤ ਗਰਮੀ ਪੈਂਦੀ ਆ ਉੱਥੇ, ਉੱਥੇ ਤੇਰੇ ਉੱਤੇ ਹਰੀ ਦੇ ਨਾਮ ਦੀ ਛਾਮ ਹੋ ਗਈ। ਛਾਮ ਤੋਂ ਭਾਵ ਛਾਂ ਹੋਵੇਗੀ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹ ਨਾਨਕ ਹਰਿ ਹਰਿ ਅੰਮ੍ਰਿਤ ਬਰਖੈ। ਜਿਸ ਜਮ ਰਸਤੇ ਵਿੱਚ ਤ੍ਰਿਖਾ ਹੁੰਦੀ, ਤ੍ਰੇਹ ਲੱਗੇਗੀ ਤੈਨੂੰ, ਸੋ ਤ੍ਰੇਹ ਮੇਰੇ ਮਨ ਨੂੰ ਆਕਰਖੈ, ਖਿੱਚੇਗੀ, ਭਾਵ ਸਤਾਵੇਗੀ। ਗੁਰੂ ਸਾਹਿਬ ਜੀ ਫਰਮਾਉਂਦੇ ਉੱਥੇ ਹਰ ਹਰ ਦੇ ਨਾਮ ਅੰਮ੍ਰਿਤ ਦੀ ਬਰਖਾ ਤੇਰੇ ਉੱਤੇ ਵਰੇਗੀ, ਜੇ ਨਾਮ ਜਪਿਆ ਹੋਵੇਗਾ ਤਾਂ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਪਰਮੇਸ਼ਰ ਦੇ ਭਗਤ ਜਨਾਂ ਦੀ ਬਾਹਰਲੀ ਵਰਤਨ ਵੀ ਨਾਮ ਹੈ, ਤੇ ਸੰਤ ਜਨਾਂ ਦੇ ਮਨ ਵਿੱਚ ਵੀ ਨਾਮ ਦਾ ਵਿਸਰਾਮ ਹੁੰਦਾ ਹੈ,
ਨਿਵਾਸ ਹੁੰਦਾ ਹੈ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਹਰੀ ਦਾ ਨਾਮ ਦਾਸਾਂ ਦੀ ਓਟ ਰੂਪ ਹੈ, ਯਾਨੀ ਢਾਲ ਰੂਪ ਬਣ ਜਾਂਦਾ। ਹਰੀ ਦੇ ਨਾਮ ਕਰਕੇ ਕਰੋੜਾਂ ਗੁਰਮੁਖ ਜਿਹੜੇ ਨੇ ਉਹ ਕਾਮ ਆਦਿਕਾਂ ਤੋਂ ਉਧਰੇ ਨੇ, ਬਚ ਗਏ ਨੇ, ਹਰ ਥਾਂ ਤੋਂ ਹੀ ਬਚ ਜਾਂਦੇ। ਨਾਮ ਹਰੇਕ ਥਾਂ ਹੀ ਸਹਾਈ ਹੁੰਦਾ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ। ਸੰਤ ਰਾਤ ਦਿਨੇ ਹਰੀ ਜਸ ਨੂੰ ਕਰਦੇ ਆ। ਸੰਤ ਹਮੇਸ਼ਾ ਹਰ ਹਰ ਨਾਮ ਜਪਣ ਰੂਪੀ ਔਖਦ ਹੁੰਦਾ, ਦਵਾਈ ਦਾ ਕਮਾਤ ਭਾਵ ਸੇਵਨ ਕਰਦੇ ਨੇ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਹਰੀ ਦੇ ਸੰਤ ਜਿਨ੍ਹਾਂ ਦੇ ਪਾਸ ਹਰੀ ਨਾਮ ਰੂਪ ਨਿਧਾਨ ਹੁੰਦਾ, ਖਜ਼ਾਨਾ ਹੈ। ਪਾਰ ਬ੍ਰਹਮ ਨਹੀਂ, ਸੰਤ ਜਿਨ੍ਹਾਂ ਨੂੰ ਨਾਮਦਾਨ ਦੇਣਾ ਕੀਤਾ ਹੈ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਬੇਕੈ। ਮਨ ਕਰਕੇ ਵੀ ਇੱਕ ਦੇ ਪ੍ਰੇਮ 'ਚ ਰਤੇ ਹੈ, ਤਨ ਕਰਕੇ ਵੀ ਇੱਕ ਦੇ ਪ੍ਰੇਮ 'ਚ ਰੰਗੇ ਹੋਏ ਨੇ। ਮਨ ਤਨ ਦੇ ਰੰਗ ਹੁੰਦਾ ਪ੍ਰੇਮ ਕਰਕੇ, ਕਿ ਵਾਹਿਗੁਰੂ ਦੇ ਰੰਗ ਆਨੰਦ ਵਿੱਚ ਰਤੇ ਹੋਏ ਨੇ। ਗੁਰੂ ਮਹਾਰਾਜ ਜੀ ਫਰਮਾਉਂਦੇ ਆ ਕਿ ਸੰਤ ਜਿਨ੍ਹਾਂ ਦੀ ਜਿਹੜੀ ਬਿਰਤੀ ਆ ਵਿਵੇਕ ਵਾਲੀ ਹੋਈ ਆ। ਸੋ ਇਸ ਕਰਕੇ ਸੰਤ ਜਿਨ੍ਹਾਂ ਦੇ ਹਿਰਦੇ 'ਚ ਬਿਰਤ ਭਾਵ ਵਿਰਾਗ ਤੇ ਵਿਵੇਕ ਦੋਵੇਂ ਸਾਧਨ ਮੁੱਖ ਹਨ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕਾ ਨਾਮ ਜਨ ਕਉ ਤ੍ਰਿਪਤ ਭੁਗਤ। ਹਰੀ ਦਾ ਨਾਮ ਹੀ ਸੰਤ ਜਿਨ੍ਹਾਂ ਨੂੰ ਮੁਕਤੀ ਤੇ ਜੁਗਤੀ ਦੇਣ ਵਾਲਾ, ਮੁਕਤੀ ਦੀ ਜੁਗਤੀ ਦੇਣ ਵਾਲਾ ਇਹ। ਹਰੀ ਦਾ ਨਾਮ ਹੀ ਸੰਤ ਜਿਨ੍ਹਾਂ ਨੂੰ ਤ੍ਰਿਪਤੀ ਦੇਣ ਵਾਲਾ, ਤ੍ਰਿਪਤੀ ਦੇਣ ਵਾਲੀ ਭੁਗਤ ਹੁੰਦੀ। ਭੁਗਤ ਕਹਿੰਦੇ ਖੁਰਾਕ ਨੂੰ, ਇਹੀ ਬੰਦੇ ਨੂੰ ਰਜਾਦਾ। ਨਾਮ ਜਪਣ ਵਾਲੇ ਵੈਸੇ ਹੀ ਰੱਜੇ ਰਹਿੰਦੇ ਨੇ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ। ਹਰੀ ਦਾ ਨਾਮ ਹੀ ਸੰਤ ਜਿਨ੍ਹਾਂ ਦਾ ਸੁੰਦਰ ਰੂਪ ਅਤੇ ਰੰਗ ਹੈ। ਹਰੀ ਨਾਮ ਜਪਦਿਆਂ ਹੋਇਆਂ ਕਦੇ ਵੀ ਭੰਗ ਹੁੰਦਾ, ਵਿਘਨ ਨਹੀਂ ਪੈਂਦਾ। ਅਭੰਗ ਹੈ, ਜਾਪ ਸਾਹਿਬ 'ਚ ਆਇਆ ਸੀ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ। ਹਰੀ ਦਾ ਨਾਮ ਹੀ ਸੰਤ ਜਿਨ੍ਹਾਂ ਦੀ ਵਡਿਆਈ ਰੂਪ ਹੈ। ਹਰੀ ਦੇ ਨਾਮ ਕਰਕੇ ਸੰਤ ਜਿਨ੍ਹਾਂ ਨੇ ਸੋਭਾ ਪਾਈ ਹੈ ਤਿੰਨਾਂ ਲੋਕਾਂ 'ਚ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਬਿਯੋਗ। ਹਰੀ ਦਾ ਨਾਮ ਹੀ ਸੰਤ ਜਿਨ੍ਹਾਂ ਨੂੰ ਭੋਗ ਅਤੇ ਜੋਗ ਦੇ ਦੇਣ ਵਾਲਾ। ਨਾਮ ਹੀ ਭੋਗ ਹੈ ਤੇ ਨਾਮ ਹੀ ਜੋਗ ਹੈ। ਹਰੀ ਨਾਮ ਜਪਣ ਕਰਕੇ ਕੁਝ ਵੀ ਵਿਯੋਗ ਹੁੰਦਾ, ਦੁੱਖ ਨਹੀਂ ਹੁੰਦਾ। ਸੋ ਵਾਹਿਗੁਰੂ ਨਾਲੋਂ ਕੁਝ ਸਮਾਂ ਵੀ ਵਿਯੋਗ ਵਿਛੋੜਾ ਨਹੀਂ ਹੁੰਦਾ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਜੋ ਗੁਰਮੁਖ ਜਨ ਹਰੀ ਨਾਮ ਦੀ ਸੇਵਾ ਵਿੱਚ ਰਚਿਆ ਹੈ, ਗੁਰੂ ਮਹਾਰਾਜ ਫਰਮਾਉਂਦੇ ਆ, ਉਸ ਗੁਰਮੁਖ ਜਨ ਦੀ ਹਰ ਹੁੰਦਾ ਵਿਸ਼ਨੂੰ ਤੇ ਹਰ ਹੁੰਦਾ ਸ਼ਿਵ ਜੀ ਅਤੇ ਬ੍ਰਹਮਾ, ਤਿੰਨੇ ਦੇਵਤੇ ਉਹਦੀ ਪੂਜਾ ਕਰਦੇ ਆ ਨਾਮ ਜਪਣ ਵਾਲੇ ਦੀ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਗੁਰਮੁਖ ਜਨਾਂ ਦੇ ਪਾਸ ਕਹਿੰਦੇ ਹਰੀ ਨਾਮ ਹੀ ਧਨ ਮਾਲ ਹੈ, ਹਰੀ ਨਾਮ ਹੀ ਖਜ਼ਾਨਾ ਹੈ। ਗੁਰਮੁਖ ਜਨਾਂ ਨੂੰ ਵਾਹਿਗੁਰੂ ਨੇ ਆਪ ਹੀ ਹਰੀ ਨਾਮ ਧਨ ਦਿੱਤਾ, ਬਖਸ਼ਿਸ਼ ਕੀਤਾ ਹੈ। ਵੰਡੀ ਜਾਓ, ਛਕੀ ਜਾਓ, ਛਕਾਈ ਜਾਓ, ਜਪੀ ਜਾਓ, ਜਪਾਈ ਜਾਓ। ਹਰ ਹਰ ਜਨ ਕੋਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਗੁਰਮੁਖ ਜਨਾਂ ਦੇ ਕੋਲੇ ਹਰ ਹਰ ਨਾਮ ਹੀ ਸੈਤਾਣੀ ਹੁੰਦਾ, ਸਹਿਤ ਬਲ ਦੇ ਓਟ ਰੂਪ ਹੈ। ਗੁਰਮੁਖ ਜਨ ਹਰੀ ਦੇ ਪ੍ਰਤਾਪ ਕਰਕੇ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਹਨ, ਕਿਉਂਕਿ ਸਾਰਿਆਂ ਵਿੱਚ ਤਾਂ ਹਰੀ ਹੋਈ ਬੈਠਾ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਗੁਰਮੁਖ ਜਨ ਓਤ ਪੋਤ ਹੁੰਦਾ, ਤਾਣੇ ਪੇਟੇ ਵਾਂਗ ਹਰੀ ਰਸ ਵਿੱਚ ਰਾਤੇ ਭਾਵ ਤਦਾਕਾਰ ਹੋ ਰਹੇ ਨੇ। ਸੋ ਗੁਰਮੁਖ ਜਨ ਨਾਮ ਰਸ ਵਿੱਚ ਮਾਤੇ ਮਸਤ ਹੋ ਕੇ ਸੁਨ ਸਮਾਧ ਨਿਰਵਿਕਲਪ ਸਮਾਧੀ ਵਿੱਚ ਲੀਨ ਹੁੰਦੇ ਨੇ। ਜੋ ਨਾਮ ਰਸ ਵਿੱਚ ਮਸਤ ਹੋਏ ਹਨ, ਇਹੋ ਹੀ ਉਹਨਾਂ ਦੀ ਸੁਨ ਸਮਾਧੀ ਹੈ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਗੁਰਮੁਖ ਜਨ ਅੱਠੇ ਪਹਿਰ ਹਰ ਹਰ ਨਾਮ ਨੂੰ ਜਪਦੇ, ਇਸ ਕਰਕੇ ਹਰੀ ਦਾ ਭਗਤ ਹਰ ਥਾਂ ਦੇ ਉੱਤੇ ਪ੍ਰਗਟ ਹੁੰਦਾ ਹੈ। ਛਪੈ ਭਾਵ ਹੁੰਦਾ ਲੁਕਿਆ ਨਹੀਂ ਰਹਿੰਦਾ, ਸਾਰੀ ਦੁਨੀਆ ਪ੍ਰਗਟ ਹੋਆ, ਸਾਧ ਸੰਗ ਹਰ ਦਰਸ਼ਨ ਪਾਇਆ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਮਹਾਰਾਜ ਫਰਮਾਉਂਦੇ ਹਰੀ ਦੀ ਭਗਤੀ ਨੇ ਬਹੁਤੇ ਲੋਕ ਮੁਕਤ ਕੀਤੇ, ਬਹੁਤੀ ਦੁਨੀਆ ਨਾਮ ਜਪਣ ਵਾਲੀ ਗੁਰਮੁਖ ਜਨਾਂ ਨਾਲ ਮਿਲ ਕੇ ਕਿੰਨੇ ਜੀਵ ਤਰ ਗਏ ਨੇ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਹਰੀ ਦਾ ਜੋ ਨਾਮ ਹੈ ਇਹੋ ਸਾਰਿਆਂ ਫਲਾਂ ਦੇ ਦੇਣ ਵਾਲਾ ਪਾਰ ਜਾਤ ਹੁੰਦਾ, ਕਲਪ ਬ੍ਰਿਛ ਹੈ। ਸੋ ਇਸ ਕਰਕੇ ਜੋ ਹਰ ਹਰ ਦੇ ਗੁਣਾਂ ਦਾ ਗਾਮ ਹੁੰਦਾ, ਗਾਇਨ ਕਰਨਾ ਹੈ, ਇਹੋ ਮਨ ਬਾਂਛਤ ਫਲ ਦੇਣ ਨੂੰ ਕਾਮ ਧੇਨ ਗਊ ਹੈ ਜੋ ਸਵਰਗਾਂ ਵਿੱਚ ਰਹਿੰਦੀ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਹਰੀ ਦੀ ਕਥਾ ਸਭ ਤੋਂ ਸ੍ਰੇਸ਼ਟ ਹੈ। ਹਰੀ ਨਾਮ ਸੁਣਨ ਕਰਕੇ ਸੋ ਮਨ ਦਾ ਦਰਦ ਤੇ ਸਰੀਰ ਦਾ ਦੁੱਖ ਲੈ ਜਾਂਦਾ, ਭਾਵ ਮਿਟ ਜਾਂਦਾ। ਕਥਾ ਦੇ ਸੁਣਨ ਨਾਲ
ਸਾਰੇ ਪਾਪ ਉਤਰ ਜਾਂਦੇ ਨੇ। ਤਾਂ ਮਹਾਰਾਜ ਫਰਮਾਉਂਦੇ ਹਨ ਅੱਗੇ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਹਰੀ ਨਾਮ ਦੀ ਮਹਿਮਾ ਸੰਤਾਂ ਦੇ ਹਿਰਦੇ 'ਚ ਵਸ ਰਹੀ ਆ। ਸੰਤਾਂ ਦੇ ਪ੍ਰਤਾਪ ਕਰਕੇ ਸਾਰੇ ਜਿਹੜੇ ਦੁਰਤ ਹੁੰਦੇ ਨੇ, ਪਾਪ ਨੇ, ਉਹ ਨਸ ਜਾਂਦੇ ਨੇ। ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ। ਸੰਤਾਂ ਦਾ ਸਤਸੰਗ ਵੱਡਿਆਂ ਭਾਗਾਂ ਨਾਲ ਭਾਈ ਪ੍ਰਾਪਤ ਹੁੰਦਾ ਹੈ। ਸੰਤਾਂ ਦੀ ਸੇਵਾ ਕਰਕੇ ਹੀ ਨਾਮ ਦਾ ਧਿਆਉਣਾ ਹੁੰਦਾ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਨਾਮ ਦੇ ਤੁਲ ਹੁੰਦਾ, ਬਰਾਬਰ ਹੋਰ ਕੁਝ ਨਹੀਂ ਹੋ ਸਕਦਾ। ਗੁਰੂ ਮਹਾਰਾਜ ਫਰਮਾਉਂਦੇ ਆ, ਕੋਈ ਵਿਰਲਾ ਗੁਰਮੁਖ ਜਾਨੀ ਗੁਰੂ ਪਾਸੋਂ ਨਾਮ ਪਾਉਂਦਾ। ਸਾਰਿਆਂ ਸਾਧਨਾਂ ਤੇ ਸਭ ਪਦਾਰਥਾਂ ਨਾਲੋਂ ਇੱਕ ਨਾਮ ਹੀ ਸ੍ਰੇਸ਼ਟ ਹੈ। ਇਸ ਤੇ ਬਰਾਬਰ ਹੋਰ ਕੋਈ ਵਸਤੂ ਨਹੀਂ ਪੁੱਜ ਸਕਦੀ। ਸੋ ਮੁੱਖ ਗੁਰੂ ਕਿਰਪਾ ਕਰੇ ਤਾਂ ਹੀ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਸ਼ਲੋਕ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ। ਬਹੁਤਿਆਂ ਸ਼ਾਸਤਰਾਂ ਨੂੰ ਪੜ੍ਹਿਆ, ਸੋ ਬਹੁਤੀਆਂ ਸਿਮਰਤੀਆਂ ਨੂੰ ਵੀ ਪੜ੍ਹਿਆ ਅਤੇ ਸਾਰਿਆਂ ਗ੍ਰੰਥਾਂ ਨੂੰ ਵੀ ਭਾਲ ਕੇ ਵੇਖਿਆ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਗੁਰੂ ਮਹਾਰਾਜ ਫਰਮਾਉਂਦੇ ਆ, ਹਰ ਹਰ ਨਾਮ ਦੇ ਬਰਾਬਰ ਕੋਈ ਨਹੀਂ ਪੁੱਜ ਸਕਦਾ, ਕਿਉਂਕਿ ਹਰ ਹਰ ਨਾਮ ਸਾਰਿਆਂ ਤੋਂ ਅਮੋਲਕ ਹੈ। ਅਮੋਲ ਭਾਵ ਮੁੱਲ ਤੋਂ ਰਹਿਤ ਹੈ। ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਸ਼ਟਪਦੀ 8 ਪੌੜੀਆਂ ਹੁਣ ਦੱਸਦੇ ਅੱਗੇ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ। ਚਾਹੇ ਜਪ ਕਰੇ, ਚਾਹੇ ਤਪ ਕਰੇ, ਚਾਹੇ ਸਾਰੀਆਂ ਗੱਲਾਂ ਗਿਆਨ ਦੀਆਂ ਕਰੇ, ਚਾਹੇ ਧਿਆਨ ਲਗਾ ਕੇ ਬੈਠ ਜੇ, ਚਾਹੇ 6 ਸ਼ਾਸਤਰ ਤੇ 27 ਸਿਮਰਤੀਆਂ ਦਾ ਵਿਖਿਆਨ ਲੈਕਚਰ ਕਰਦਾ ਫਿਰੇ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਚਾਹੇ ਯੋਗਾ ਅਭਿਆਸ ਕਰੇ, ਚਾਹੇ ਹੋਰ ਕਰਮਾਂ ਧਰਮਾਂ ਦੀ ਕਿਰਿਆ ਕਰੇ, ਚਾਹੇ ਇਸਤਰੀ ਪੁੱਤਰ ਆਦਿਕ ਸਾਰੇ ਸੰਬੰਧੀਆਂ ਨੂੰ ਤਿਆਗ ਛੱਡ ਕੇ ਬਨ ਹੁੰਦਾ ਜੰਗਲਾਂ 'ਚ ਫਿਰਨ ਲੱਗ ਜਾਏ ਜਾ ਕੇ। ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਚਾਹੇ ਅਨੇਕਾਂ ਪ੍ਰਕਾਰ ਦੇ ਬਹੁਤੇ ਯਤਨ ਕਰੇ, ਸੰਗਰਾਂਦ ਮੱਸਿਆ ਪੂਰਨਮਾਸੀ ਆਦਿਕ ਸਮੇਂ 'ਚ ਪੁੰਨ ਦਾਨ ਕਰੇ, ਦਾਨ ਹਮੇਸ਼ਾ ਕਰਦਾ ਰਹੇ ਅਤੇ ਦੇਵਤਿਆਂ ਦੀ ਖੁਸ਼ੀ ਲੈਣ ਵਾਸਤੇ ਬਹੁਤ ਸਾਰਾ ਰਤਨਾ ਭਾਵ ਘਿਓ ਜਿਹੜਾ ਉਹ ਅਹੂਤੀ ਸਮੇਂ ਅੱਗ 'ਚ ਹਵਨ ਕਰੇ, ਕਿਉਂਕਿ ਰਿਗਵੇਦ ਅਤੇ ਯਜੁਰਵੇਦ ਦੇ ਵਿੱਚ ਹਵਨ ਕਰਨ ਦੀ ਬਹੁਤ ਮਹਿਮਾ ਦੱਸੀ ਹੈ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ। ਸੋ ਰਾਤੀ ਤੋਂ ਭਾਵ ਰੱਤੀ ਰੱਤੀ ਪਰ ਸਰੀਰ ਨੂੰ ਕਟਾ ਕੇ ਅੱਗ ਵਿੱਚ ਹਵਨ ਕਰ ਦੇਵੇ ਅਤੇ ਬਹੁਤ ਪ੍ਰਕਾਰ ਦੇ ਵਰਤ ਰੱਖ ਕੇ ਆਪਣੇ ਨਿਯਮਾਂ ਨੂੰ ਪੂਰਾ ਕਰੇ। ਯਮ ਨੇਮ ਆਦਿਕ ਸਾਧਨ ਵੀ ਕਰ ਲਵੇ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਪਰ ਰਾਮ ਨਾਮ ਦੇ ਤੁਲ, ਵਾਹਿਗੁਰੂ ਵਾਹਿਗੁਰੂ ਕਰਨ ਦੇ ਤੁਲ ਮੂਲ ਮੰਤਰ, ਗੁਰ ਮੰਤਰ, ਜਪਜੀ ਸਾਹਿਬ, ਬਾਣੀ ਵਾਸਤੇ ਨਹੀਂ ਉਹ ਗੱਲ ਕਹੀ ਪਿੱਛੇ। ਰਾਮ ਨਾਮ ਦੇ ਵਿਚਾਰ ਬਰਾਬਰ ਕੋਈ ਸਾਧਨ ਨਹੀਂ ਹੈ। ਗੁਰੂ ਮਹਾਰਾਜ ਫਰਮਾਉਂਦੇ ਆ ਕਿ ਗੁਰੂ ਮੁਖ ਰਾਹੀਂ ਦਿਹਾੜੀ ਵਿੱਚ ਸਤਸੰਗਤ ਵਿੱਚ ਜਾ ਕੇ ਇੱਕ ਵਾਰ ਜ਼ਰੂਰ ਨਾਮ ਜਪਣਾ ਕਰੀਏ। ਜੋ ਇਹ ਸਾਰੇ ਬਚਨ ਆਏ ਨੇ, ਇਹ ਪਹਿਲਾਂ ਦੱਸਦੇ ਆ ਕਿ ਬਹੁਤ ਸ਼ਾਸਤਰ ਬਹੁਤ ਸਿਮਰਤੀ। ਸੋ ਇਹ ਸਾਰੀਆਂ ਚੀਜ਼ਾਂ ਦੇਖੀਆਂ ਟੋਲ ਕੇ, ਜਿੱਥੇ ਲਿਖਿਆ ਜਾਪ ਤਾਪ ਗਿਆਨ ਸਭ ਧਿਆਨ, ਕਈ ਲੋਕ ਇੱਥੇ ਭੁਲੇਖਾ ਪਾ ਦਿੰਦੇ ਵੀ ਜਾਪ ਜਪਜੀ ਸਾਹਿਬ ਜਾਂ ਜਾਪ ਸਾਹਿਬ ਜਾਂ ਜਾਪ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ। ਨਹੀਂ, ਇੱਥੇ ਉਹ ਜਿਹੜੇ ਮੰਤਰਾਂ ਤੰਤਰਾਂ ਜੰਤਰਾਂ ਦੇ ਜਾਪ ਹੈ, ਉਹ ਤਾਪ ਧੂਣੀਆਂ ਤੌਣੀਆਂ ਆਦਿਕ ਦਾ ਇੱਥੇ ਦੱਸਿਆ। ਇਹ ਪੁਰਾਣੀਆਂ ਚੀਜ਼ਾਂ ਅੱਗੇ ਜਾ ਕੇ ਸਪਸ਼ਟ ਕਰਤਾ ਕਿ ਨਹੀਂ ਤੁਲ ਰਾਮ ਨਾਮ ਵਿਚਾਰ। ਰਾਮ ਨਾਮ ਦੀ ਗੱਲ ਵੱਖਰੀ ਹੈ, ਉਹ ਤਾਂ ਸਭ ਤੋਂ ਸ਼੍ਰੋਮਣੀ ਹੈ। ਇਹ ਤਾਂ ਜਾਪ ਹੋਰ ਤਰ੍ਹਾਂ ਦੇ ਹੁੰਦੇ ਨੇ ਜਿਹੜੇ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ। ਚਾਹੇ ਚਿਰ ਜੀਵੈ, ਚਿਰੰਜੀਵੀ ਹੋ ਕੇ 9 ਖੰਡਾਂ ਵਾਲੀ ਧਰਤੀ ਉੱਤੇ ਫਿਰਦਾ ਰਹੇ, ਮਹਾ ਤੋਂ ਭਾਵ ਵੱਡਾ, ਉਦਾਸੀਨ ਹੋ ਕੇ ਵੱਡਾ ਤਪੀਸਰ ਥੀਵੈ ਹੋ ਜਾਵੇ। ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਵ ਹੈ ਵਰ ਭੂਮਦਾਨ। ਸੋ ਵਾਹ ਲੱਗਿਆ ਪੈਰ ਦੇ ਵਿੱਚ ਸੱਸੇ ਦੇ ਅਸਵ, ਚਾਹੇ ਅੱਗ ਵਿੱਚ ਬੈਠ ਕੇ ਪ੍ਰਾਣਾਂ ਨੂੰ ਹਮਨ ਕਰ ਦੇਵੇ, ਚਾਹੇ ਕਨਕ ਅਸਵ ਹੁੰਦਾ ਸੋਨੇ ਦੇ ਘੋੜੇ, ਚਾਹੇ ਹੈ ਵਰ ਸ੍ਰੇਸ਼ਟ ਖੁਰਾਸਾਨੀ ਘੋੜੇ ਦਾਨ ਕਰ ਦੇਵੇ। ਚਾਹੇ ਕਨਕ ਹੁੰਦਾ ਸੋਨਾ ਦਾਨ ਕਰੇ, ਚਾਹੇ ਵਰ ਹੁੰਦਾ ਸ੍ਰੇਸ਼ਟ ਜੋ ਅਸਵ ਘੋੜੇ ਹੈ ਉਹ ਦਾਨ ਕਰੇ, ਚਾਹੇ ਭੂਮੀ ਦਾਨ ਕਰੇ। ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਚਾਹੇ ਨਿਉਲੀ ਹੁੰਦਾ ਨੇਤੀ ਧੋਤੀ ਆਦਿ ਕਰਮ ਕਰਦਾ ਰਹੇ, ਚਾਹੇ ਬਹੁਤੇ ਆਸਣ ਲਗਾਉਣੇ ਸਿੱਖ ਲਵੇ। ਸਿੱਧਾਂ ਕੇ ਆਸਣ ਜੇ ਸਿੱਖਿਆ, ਇੰਦਰੀ ਵਸ ਕਰ ਕਮਾਏ।
ਮਨ ਕੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ। ਸੋ ਇਸ ਪ੍ਰਕਾਰ ਕਹਿੰਦੇ ਚਾਹੇ ਜੈਨੀਆਂ ਦੇ ਮਾਰਗ ਵਾਲੇ ਅੱਤ ਬੜੇ ਸੰਜਮ ਵਾਲੇ ਸਾਧਨ ਕਰਨੇ ਸਿੱਖ ਲਵੇ। ਨਿਮਖ ਨਿਮਖ ਕਰ ਸਰੀਰ ਕਟਾਵੈ, ਤਾਉ ਪੀ ਹਉਮੈ ਮੈਲ ਨਾ ਜਾਵੈ। ਚਾਹੇ ਨਿਮਖ ਨਿਮਖ ਰੰਚਕ ਰੰਚਕ ਕਰਕੇ ਸਰੀਰ ਕਟਾ ਦੇ, ਫੇਰ ਵੀ ਮਨ ਵਿੱਚੋਂ ਹਉਮੈ ਦੀ ਮੈਲ ਨਹੀਂ ਜਾਂਦੀ, ਕਿਉਂਕਿ ਸਰੂਪ ਦਾ ਗਿਆਨ ਨਹੀਂ, ਰੂਪ ਗਿਆਨ ਵਿੱਚ ਹੀ ਫਸਿਆ ਹੋਇਆ। ਹਰ ਕੇ ਨਾਮ ਸੰਸਰ ਕਛ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਹਾਰਾਜ ਅਖੀਰ ਤੇ ਜਾ ਕੇ ਫਿਰ ਦੱਸ ਦਿੰਦੇ ਹਨ ਹਰੇਕ ਪੌੜੀ ਦੇ ਵੀ ਹਰੀ ਨਾਮ ਦੇ ਬਰਾਬਰ ਕੁਛ ਵੀ ਨਹੀਂ ਹੈ। ਗੁਰੂ ਮਹਾਰਾਜ ਫਰਮਾਉਂਦੇ ਗੁਰੂ ਦੁਆਰੇ ਨਾਮ ਨੂੰ ਜਪੇ ਤਾਂ ਹੀ ਗਤ ਹੁੰਦੀ, ਮੁਕਤੀ ਪ੍ਰਾਪਤ ਕਰ ਸਕਦਾ ਜੀਵ। ਹਰ 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 ਜਨ ਉੱਤਮ ਕੀਆ, ਸੋ ਉਪਮਾ ਤਿਨ ਕੀਜੈ। ਦੁਬਾਰਾ ਗੱਲ, ਹਰ 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 ਜਨ ਉੱਤਮ ਕਿਆ ਉਪਮਾ ਤਿਨ ਦੀਜੈ। ਰਾਮ ਨਾਮ ਤੁਲ ਔਰ ਨਾ ਉਪਮਾ, ਜਨ ਨਾਨਕ ਕਿਰਪਾ ਕਰੀਜੈ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾ ਨਾ ਮਨ ਤੇ ਹੁਟੈ। ਚਾਹੇ ਮਨ ਦੀ ਕਾਮਨਾ ਇੱਛਾ ਅਨੁਸਾਰ ਤੀਰਥਾਂ ਤੇ ਸਰੀਰ ਛੁੱਟ ਜਾਵੇ, ਚਾਹੇ ਮਨ ਕਾਮਨਾ ਭਾਵ ਮਨੀਕਰਨ ਤੀਰਥ ਉੱਤੇ ਸਰੀਰ ਛੁੱਟ ਜਾਵੇ, ਰਿਆਸਤ ਕੁੱਲੂ 'ਚ ਮਨੀਕਰਨ ਤੀਰਥ ਹੈ, ਫਿਰ ਵੀ ਗਰਭ ਹੁੰਦਾ। ਹੰਕਾਰੀ ਪੁਰਸ਼ ਦੇ ਮਨ ਵਿੱਚੋਂ ਜਿਹੜਾ ਗੁਮਾਨ ਹੈ, ਹੰਕਾਰ ਹਟਦਾ ਨਹੀਂ। ਜਾਤੀ ਦਾ ਗਰਭ ਹੰਕਾਰ ਤੇ ਵਿਦਿਆ ਦਾ ਗੁਮਾਨ ਹੰਕਾਰ ਮਨ ਵਿੱਚੋਂ ਹਟਦਾ ਨਹੀਂ ਹੈ। ਸੋਚ ਕਰੈ ਦਿਨ ਸਿਆਰੇ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਚਾਹੇ ਸਾਰਾ ਦਿਨ ਸਾਰੀ ਰਾਤ ਸਰੀਰ ਦੀ ਪਵਿੱਤਰਤਾ ਕਰਦਾ ਰਹੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਸੂਚੇ। ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ। ਪਰ ਤਨ ਦੀ ਪਵਿੱਤਰਤਾ ਕਰਨ ਨਾਲ ਮਨ ਦੀ ਪਾਪਾਂ ਰੂਪੀ ਮੈਲ ਜਾਂਦੀ ਨਹੀਂ। ਇਸ ਦੇਹੀ ਕਉ ਬਹੁ ਸਾਧ ਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਟਰੈ। ਇਹ ਸਰੀਰ ਨੂੰ ਕਸ਼ਟ ਦੇ ਕੇ ਚਾਹੇ ਬਹੁਤੇ ਸਾਧਨ ਵੀ ਕਰ ਲਵੇ, ਫੇਰ ਵੀ ਮਨ ਤੋਂ ਕਦੇ ਵਿਸ਼ਿਆਂ ਦੀ ਮੈਲ ਦੂਰ ਨਹੀਂ ਹੁੰਦੀ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ। ਅਨੀਤ ਹੁੰਦਾ ਅਨਿਤ, ਅਨਿਤ ਹੁੰਦਾ ਝੂਠਾ। ਝੂਠੇ ਸਰੀਰ ਨੂੰ ਚਾਹੇ ਬਹੁਤੇ ਜਲ ਨਾਲ ਧੋਂਦਾ ਰਹੇ, ਪਰ ਇਹ ਕੀ ਜਿਹੜੀ ਇੱਕ ਅਨੀਤੀ ਵਾਲੀ ਗੱਲ ਹੈ, ਕਿਉਂਕਿ ਕਾਚੀ ਭੀਤ ਕੱਚੀ ਕੰਧ ਨੇ ਕਦੇ ਸੁੱਧ ਨਹੀਂ ਹੋਣਾ, ਇਹ ਸਰੀਰ ਵੀ ਕਦੇ ਸੁੱਧ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬਹੁ ਮੂਚ। ਹੇ ਮਨਾ, ਹਰੀ ਦੇ ਨਾਮ ਦੀ ਮਹਿਮਾ ਭਾਈ ਸਭ ਤੋਂ ਉੱਚੀ ਹੈ। ਗੁਰੂ ਸਾਹਿਬ ਜੀ ਆਖਦੇ ਨੇ ਨਾਮੀ ਦੇ ਨਾਮ ਕਰਕੇ ਅਜਾਮਲ ਵਰਗੇ ਬਹੁ ਮੂਚ ਬੜੇ ਬੜੇ ਪਾਪੀ ਵੀ ਤਰ ਗਏ ਨੇ। ਮਨ ਤੋਂ ਭਾਵ ਇੱਥੇ ਆਪਣੇ ਮਨ ਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਹੇ ਜੀਵ, ਹਰੀ ਦੇ ਨਾਮ ਦੀ ਮਹਿਮਾ ਸਭ ਤੋਂ ਉੱਚੀ ਹੈ ਭਾਈ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ। ਬਹੁਤੀ ਸਿਆਣਪ ਕਰਨ ਨਾਲ ਵੀ ਜਮਾਂ ਦਾ ਡਰ ਵਿਆਪੈ ਲੱਗਦਾ ਹੈ, ਅਨੇਕ ਯਤਨਾਂ ਕਰਕੇ ਵੀ ਮਨ ਤ੍ਰਿਸ਼ਨਾ ਵੱਲੋਂ ਰਜਦਾ ਨਹੀਂ ਹੈ। ਧਰਾਪੈ ਤੋਂ ਭਾਵ ਰਜਣਾ। ਭੇਖ ਅਨੇਕ ਅਗਨ ਨਹੀਂ ਬੁਝੈ, ਕੋਟੋ ਭਾਵ ਦਰਗਹਿ ਨਹੀਂ ਸਿੱਝੈ। ਬੁਝੈ ਇੱਥੇ ਬੋਲਣਾ ਹੀ ਪੋਲਾ ਕਹਿਣਾ, ਕਿਉਂਕਿ ਅਗਨ ਬੁਝੈ ਬੁੱਝੈ ਨਹੀਂ ਕਰਨਾ, ਅੱਗੇ ਸਿੱਝੈ ਕਰਨਾ। ਅਨੇਕਾਂ ਭੇਖ ਧਾਰਨ ਨਾਲ ਵੀ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਨਹੀਂ ਬੁਝਦੀ। ਕਰੋੜਾਂ ਯਤਨ ਕੀਤਿਆਂ ਵੀ ਪਰਲੋਕ ਦਰਗਾਹ ਵਿੱਚੋਂ ਸਿੱਝੈ ਭਾਵ ਛੁਟਕਾਰਾ ਨਹੀਂ ਹੁੰਦਾ, ਕਲਿਆਣ ਨਹੀਂ ਹੁੰਦੀ, ਮੁਕਤ ਨਹੀਂ ਹੁੰਦੀ। ਛੂਟਸ ਨਾਹੀ ਊਬ ਪਿਆਲ, ਮੋਹਿ ਵਿਆਪਹਿ ਮਾਇਆ ਜਾਲ। ਊਬ ਹੁੰਦਾ ਉੱਚੇ ਆਕਾਸ਼ ਵਿੱਚ, ਤੇ ਨੀਵੇਂ ਹੁੰਦਾ ਪਿਆਲ ਪਤਾਲ ਵਿੱਚ ਜਾਣ ਕਰਕੇ ਵੀ ਛੁਟਕਾਰਾ ਨਹੀਂ ਹੁੰਦਾ। ਇਹ ਜੀਵ ਮਾਇਆ ਕਰਕੇ ਮੋਹ ਰੂਪੀ ਜਾਲ ਵਿੱਚ ਵਿਆਪ ਰਿਹਾ। ਮਾਇਆ ਦੇ ਮੋਹ ਵਿੱਚ ਲੱਗਣ ਕਰਕੇ ਜਮਾਂ ਦੇ ਜਾਲ ਵਿੱਚ ਜਾ ਕੇ ਪੈਂਦਾ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹੋਰ ਸਾਰਿਆਂ ਕਰਮਾਂ ਦੀ ਕਰਤੂਤ ਜਿਹੜੀ ਹੁੰਦੀ ਹੈ, ਕਰਤੱਵਤਾ ਕਰਕੇ ਧਰਮ ਰਾਜਾ ਡਾਨੀ ਦਿੰਦਾ, ਕਿਉਂਕਿ ਗੋਬਿੰਦ ਭਜਨ ਸਿਮਰਨ ਤੋਂ ਬਿਨਾਂ ਹੋਰ ਕਰਮਾਂ ਧਰਮਾਂ ਨੂੰ ਉਹ ਤਿਲ ਜਿੰਨਾ ਵੀ ਨਹੀਂ ਉੱਥੇ ਮੰਨਦਾ। ਜੇ ਕੋ ਪਾਵੈ ਤਿਲ ਕਾ ਮਾਨ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਹਰੀ ਦਾ ਨਾਮ ਜਪਦੇ ਸਾਰਾ ਦੁੱਖ ਚਲਿਆ ਜਾਂਦਾ। ਗੁਰੂ ਮਹਾਰਾਜ ਫਰਮਾਉਂਦੇ ਨੇ ਜੀਵ ਨੂੰ ਚਾਹੀਦਾ ਹੈ ਸਹਿਜ ਸੁਭਾਏ, ਸੁਤੇ ਸਿੱਧ ਸਾਰਾ ਦਿਨ ਵਾਹਿਗੁਰੂ 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 ਕਰੀ ਜਾਵੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜਿਹੜਾ ਕੋਈ ਪੁਰਸ਼ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਮੰਗਦਾ, ਸੌਖਾ ਹੀ ਰਸਤਾ ਦੱਸ ਦਿਓ, ਸੰਤ ਜਨਾਂ ਦੀ ਸੇਵਾ 'ਚ ਲੱਗ ਜਾਓ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜਿਹੜਾ ਕੋਈ ਆਪਣਾ ਦੁੱਖ ਮਿਟਾਉਣਾ ਚਾਹੁੰਦਾ, ਉਹ ਹਮੇਸ਼ਾ ਹਿਰਦੇ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਗਾਉਣਾ ਕਰੇ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ। ਜਿਹੜਾ ਕੋਈ ਜੀਵ ਆਪਣੀ ਸੋਭਾ ਚਾਹੁੰਦਾ ਦੁਨੀਆ 'ਚ,
ਤਾਂ ਉਹ ਸਤਸੰਗ 'ਚ ਬੈਠ ਕੇ ਹੰਗਤਾ ਮਮਤਾ ਨੂੰ ਛੱਡ ਦੇਵੇ, ਉਹਦੀ ਸੋਭਾ ਹੋ ਜਾਂਦੀ ਹੈ। ਸੋਭਾ ਲਈ ਲੋਕ ਅਨੇਕਾਂ ਪ੍ਰਕਾਰ ਦੇ ਖਰਚੇ ਕਰਦੇ ਰਹਿੰਦੇ ਨੇ, ਮੇਰੀ ਦੁਨੀਆ 'ਚ ਟੌਰ ਬਣ ਜੇ, ਸੋਭਾ ਬਣ ਜੇ, ਹੁੰਦੀ ਉਹ ਫੇਰ ਨਹੀਂ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ। ਜਿਹੜਾ ਕੋਈ ਬੰਦਾ ਜਨਮ ਮਰਨ ਤੋਂ ਡਰਦਾ ਹੈ, ਉਹਨੂੰ ਚਾਹੀਦਾ ਉਹ ਸੰਤ ਜਨਾਂ ਦੀ ਸ਼ਰਨ ਪੈ ਜਾਏ, ਉਹਦਾ ਡਰ ਮੇਟ ਦੇਣਗੇ ਉਹ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ। ਜੇ ਜੀਵ ਨੂੰ ਵਾਹਿਗੁਰੂ ਦੇ ਦਰਸ਼ਨ ਦੀ ਪਿਆਸਾ ਲੱਗੀ ਹੋਈ, ਸਿੱਕ ਲੱਗੀ ਹੋਈ ਦਰਸ਼ਨ ਦੀ, ਮਹਾਰਾਜ ਕਹਿੰਦੇ ਅਸੀਂ ਉਸ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟਾਇ ਅਭਿਮਾਨ। ਸਾਰਿਆਂ ਪੁਰਸ਼ਾਂ ਵਿੱਚੋਂ ਪ੍ਰਧਾਨ ਪੁਰਖ ਹੈ, ਸਾਧ ਸੰਗਤ ਕਰਕੇ ਜਿਹਦਾ ਹੰਕਾਰ ਮਿਟ ਗਿਆ। ਆਪਸ ਕਾ ਜੋ ਜਾਣੈ ਨੀਚਾ, ਸੋਹੂ ਗਨੀਆਂ ਸਭ ਤੇ ਉੱਚਾ। ਜੋ ਆਪਣੇ ਆਪ ਨੂੰ ਨੀਵਾਂ ਜਾਣਦਾ, ਉਹ ਸਾਰਿਆਂ ਪੁਰਸ਼ਾਂ ਤੋਂ ਉੱਚਾ ਗਿਣਿਆ ਜਾਂਦਾ ਹੈ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਜਿਹਦਾ ਮਨ ਸਾਰਿਆਂ ਦੇ ਚਰਨਾਂ ਦੀ ਰੀਨਾ ਹੋਇਆ, ਧੂੜ ਹੋਇਆ, ਉਹਨੇ ਹਰ ਹਰ ਨਾਮ ਜਪ ਕੇ ਸਾਰਿਆਂ ਘਟਾਂ ਘਟਾਂ ਵਿੱਚ ਹਰੀ ਨੂੰ ਚੀਨਾ ਤੋਂ ਭਾਵ ਜਾਣ ਲਿਆ, ਪਛਾਣ ਲਿਆ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰੇਸ਼ਟ ਸਾਜਨਾ। ਜਿਹਨੇ ਆਪਣੇ ਮਨ ਵਿੱਚੋਂ ਬੁਰਾ ਸੁਭਾਅ ਮਿਟਾਤਾ ਹੈ, ਉਹ ਸਾਰੀ ਸ੍ਰਿਸ਼ਟੀ ਨੂੰ ਆਪਣਾ ਸੱਜਣ ਕਰਕੇ ਵੇਖਦਾ ਹੈ। ਸ੍ਰਿਸ਼ਟੀ ਵਿੱਚ ਸਾਰਿਆਂ ਲੋਕਾਂ ਨੂੰ ਸੱਜਣ ਕਰਕੇ ਵੇਖਦਾ ਉਹ। ਸੂਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਜਿਹੜਾ ਕੋਈ ਗੁਰਮੁਖ ਸੁਖ ਦੁੱਖ ਨੂੰ ਸਮ ਹੁੰਦਾ, ਇਕਸਾਰ ਕਰਕੇ ਦ੍ਰਿਸ਼ਟੇਤਾ ਹੁੰਦਾ, ਵੇਖਦਾ ਹੈ, ਮਹਾਰਾਜ ਫਰਮਾਉਂਦੇ ਆ ਉਹਨੂੰ ਪਾਪ ਤੇ ਪੁੰਨ ਦਾ ਕੋਈ ਲੇਪ ਨਹੀਂ ਲੱਗਦਾ। ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇਂ ਕਉ ਨਾਉ ਤੇਰਾ ਥਾਉ। ਜਿਹੜੇ ਜੀਵ ਧਨ ਤੋਂ ਰਹਿਤ ਹੈ, ਉਹਨੂੰ ਆਪ ਦਾ ਨਾਮ ਹੀ ਧਨ ਹੈ। ਨਿਥਾਵੇਂ ਬੰਦੇ ਨੂੰ ਆਪ ਦਾ ਨਾਮ ਹੀ ਜਗ੍ਹਾ ਬਣੀ ਹੋਈ ਹੈ। ਉਹ ਕਹਿੰਦੇ ਜਗ੍ਹਾ ਦੀ ਲੋੜ ਹੀ ਨਹੀਂ, ਬਸ ਨਾਮ ਹੀ ਸਭ ਕੁਛ ਹੈ। ਨਿਮਾਣੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵ ਹੋ ਦਾਨ। ਨਿਮਾਣੇ ਹੁੰਦਾ ਮਾਣ ਤੋਂ ਰਹਿਤ ਪੁਰਸ਼ ਨੂੰ, ਇਹ ਵਾਹਿਗੁਰੂ ਆਪ ਦਾ ਨਾਮ ਹੀ ਮਾਣ ਰੂਪ ਹੈ, ਕਿਉਂਕਿ ਆਪ ਸਾਰਿਆਂ ਸਰੀਰਾਂ ਨੂੰ ਦਾਨ ਦਿੰਦੇ ਹੋ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰਜਾਮੀ। ਹੇ ਸੁਆਮੀ, ਤੂੰ ਆਪ ਹੀ ਸਾਰਿਆਂ ਕਾਰਜਾਂ ਦੇ ਕਰਨ ਕਰਾਉਣ ਵਾਲਾ, ਸਾਰਿਆਂ ਸਰੀਰਾਂ ਦੇ ਅੰਦਰ ਹੀ ਆਪ ਜਾਣਨ ਵਾਲੇ ਹੋ। ਅੰਤਰਜਾਮੀ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਆਪਣੀ ਗਤ ਮਿਤ ਜਾਣੋ ਆਪੇ, ਆਪਨ ਸੰਗ ਆਪ ਪ੍ਰਵਰਾਤੇ। ਆਪਣੀ ਗਤ ਦੀ ਮਰਿਆਦਾ ਨੂੰ ਤੁਸੀਂ ਆਪ ਹੀ ਜਾਣਦੇ ਹੋ, ਪ੍ਰਾਪਤੀ ਦੀ ਮਰਿਆਦਾ ਨੂੰ। ਹੇ ਵਾਹਿਗੁਰੂ, ਤੁਸੀਂ ਆਪਣੇ ਨਾਲ ਆਪ ਹੀ ਰਾਤੇ ਮਿਲੇ ਹੋਏ ਹੋ। ਤੁਹਾਡੇ ਵਰਗਾ ਹੋਰ ਕੋਈ ਦੂਜਾ ਪਦਾਰਥ ਨਹੀਂ ਜਿਹਦੀ ਉਪਮਾ ਆਪ ਨੂੰ ਦਈਏ। ਇਸ ਕਰਕੇ ਉਪਮੇय ਰੂਪ ਤੇ ਉਪਮਾਨ ਰੂਪ ਆਪ ਹੀ ਹੋ। ਆਪਣੇ ਭਗਤਾਂ ਨਾਲੇ ਵਾਹਿਗੁਰੂ ਆਪ ਹੀ ਮਿਲੇ ਹੋਏ ਹੋ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ। ਤੁਹਾਡੀ ਉਸਤਤੀ ਤੁਹਾਡੇ ਪਾਸੋਂ ਹੀ ਹੋ ਸਕਦੀ ਹੈ। ਗੁਰੂ ਸਾਹਿਬ ਫਰਮਾਉਂਦੇ ਤੁਹਾਡੀ ਉਸਤਤੀ ਨੂੰ ਹੋਰ ਨਹੀਂ ਕੋਈ ਜਾਣ ਸਕਦਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ ਵਿੱਚੋਂ ਇਹੋ ਸ੍ਰੇਸ਼ਟ ਧਰਮ ਹੈ, ਸਾਰਿਆਂ ਕਰਮਾਂ ਵਿੱਚੋਂ ਇਹੋ ਨਿਰਮਲ ਕਰਮ ਹੈ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਧ ਸੰਗ ਦੁਰ ਮਤ ਮਲ ਹਿਰਿਆ। ਸਾਰੀਆਂ ਕਿਰਿਆ ਵਿੱਚੋਂ ਇਹੀ ਉੱਤਮ ਕਿਰਿਆ ਜਿਹੜੀ ਸਤ ਸੰਗਤ ਕਰਨੀ ਹੈ, ਕਿਉਂਕਿ ਸਤ ਸੰਗਤ ਕਰਨ ਨਾਲ ਦੁਰ ਮਤ ਖੋਟੀ ਸਿੱਖਿਆ ਰੂਪ ਮੈਲ ਹਿਰਿਆ ਤੋਂ ਭਾਵ ਦੂਰ ਹੋ ਜਾਂਦੀ ਹੈ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਾਰਿਆਂ ਉਦਮਾਂ ਵਿੱਚੋਂ ਇਹ ਭਲਾ ਚੰਗਾ ਉਦਮ ਹੈ ਜਿਹੜਾ ਦਿਲ ਵਿੱਚ ਸਦਾ ਹੀ ਵਾਹਿਗੁਰੂ 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 ਨਾਮ ਦਾ ਜਪਣਾ ਹੈ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਾਰੀਆਂ ਬਾਣੀਆਂ ਵਿੱਚੋਂ ਇਹ ਬਾਣੀ ਅੰਮ੍ਰਿਤ ਰੂਪ ਹੈ ਜਿਹੜਾ ਕੰਨਾਂ ਨਾਲ ਹਰੀ ਦਾ ਜਸ ਸੁਣਨਾ ਅਤੇ ਰਸਨਾ ਨਾਲ ਬਖਾਨੀ ਆਖਣਾ। ਸਗਲ ਬਾਣੀ ਹੁੰਦਾ ਸਾਰੀਆਂ ਆਦਤਾਂ ਵਿੱਚ ਉਹ ਬਾਣੀ ਆਦਤ ਅੰਮ੍ਰਿਤ ਰੂਪ ਹੈ ਜੋ ਕੰਨਾਂ ਨਾਲ ਹਰੀ ਦਾ ਜਸ ਸੁਣਨਾ ਤੇ ਜੀਭ ਨਾਲ ਹਰੀ ਨਾਮ ਨੂੰ ਜਪਣਾ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ। ਸਾਰਿਆਂ ਸਥਾਨਾਂ ਨਾਲੋਂ ਉਹ ਸਥਾਨ ਸ੍ਰੇਸ਼ਟ ਉੱਤਮ ਹੈ। ਗੁਰੂ ਸਾਹਿਬ ਫਰਮਾਉਂਦੇ ਜਿਸ ਹਿਰਦੇ 'ਚ ਹਰੀ ਦਾ ਨਾਮ ਵਸਦਾ ਹੈ। ਸ਼ਲੋਕ ਨਿਰਗੁਣ ਯਾਰੇ ਆਨਿਆ, ਸੋ ਪ੍ਰਭ ਸਦਾ ਸੰਭਾਲ। ਹੇ ਨਿਰਗੁਣ ਤਾਈ ਦੇ ਆਰ ਭਾਵ ਆਲੇ ਘਰ। ਆਲੇ ਕਹਿੰਦੇ ਆਰ, ਕਹਿੰਦੇ ਆਲੇ ਨੂੰ, ਆਲਾ ਕਹਿੰਦੇ ਘਰ ਨੂੰ। ਕਹਿੰਦੇ ਨਿਰਗੁਣ ਆਰੇ, ਨਿਰਗੁਣ ਤਾਈ ਦੇ ਘਰ। ਹੈ ਜੀਵ ਇਆਣਿਆ ਬੇਸਮਝ ਬੰਦਿਆ, ਉਸ ਮਾਲਕ ਵਾਹਿਗੁਰੂ ਨੂੰ ਸਦਾ ਸੰਭਾਲਣਾ ਕਰ, ਯਾਦ ਕਰ। ਕੀਨੂੰ ਜੀ ਕਹਿੰਦੇ ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਮਹਾਰਾਜ ਫਰਮਾਉਂਦੇ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਉਹਨੂੰ ਹਿਰਦੇ ਚੇਤੇ ਰੱਖ।
ਉਹੀ ਤੇਰੇ ਨਾਲ ਤੋੜ ਤੱਕ ਨਿਭੇਗਾ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। 8 ਪੌੜੀਆਂ ਫਰਮਾਉਣਗੇ ਕਿ 10-10 ਤੁਕਾਂ ਵਾਲੀਆਂ। ਇਹ ਪ੍ਰਾਣੀ ਤੋਂ ਰਮਈਆ ਹੁੰਦਾ, ਸਾਰੇ ਵਿਆਪਕ ਜੋ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰ ਤੇ ਤੇਖ ਤੈਨੂੰ ਇਸ ਤਰ੍ਹਾਂ ਕਿਹੜੇ ਮੂਲ ਅਰਥਾਤ ਗੰਦੇ ਪਾਣੀ ਤੋਂ ਤੈਨੂੰ ਕੀ ਬਣਾ ਕੇ ਵਿਖਾਇਆ। ਤੇਰੇ ਸਰੀਰ ਨੂੰ ਸੁੰਦਰ ਬਣਾ ਕੇ ਦਿਖਾ ਦਿੱਤਾ ਵਾਹਿਗੁਰੂ ਅਕਾਲ ਪੁਰਖ ਨੇ। ਜਿਨ ਤੂੰ ਸਾਜ ਸਵਾਰਸੀ ਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ। ਜਿਸ ਵਾਹਿਗੁਰੂ ਨੇ 5 ਤੱਤਾਂ ਨੂੰ ਸਾਜ ਕੇ ਤੂੰ ਸਵਾਰ ਭਾਵ ਤੇਰੇ ਸਰੀਰ ਨੂੰ ਬਣਾ ਕੇ ਚੰਗੇ ਚੰਗੇ ਕੱਪੜਿਆਂ ਨਾਲ ਸ਼ਿੰਗਾਰਿਆ, ਅਤੇ ਮਾਤਾ ਦੀ ਗਰਭ ਅਗਨੀ ਵਿੱਚ ਜਠਰ ਅਗਨੀ ਵਿੱਚੋਂ ਜਿਹਨੇ ਤੈਨੂੰ ਉਬਾਰਿਆ ਬਚਾਇਆ। ਬਾਰ ਵਿਵਸਥਾ ਤੁਝਾ ਪਿਆਰ ਹੈ, ਦੂਧ ਭਰ ਜੋਵਨ ਭੋਜਨ ਸੁਖ ਸੂਦ। ਬਾਰ ਵਿਵਸਥਾ ਹੁੰਦੀ ਬਚਪਨ ਵਿੱਚ, ਜਿਹਨੇ ਮਾਂ ਦੇ ਅਸਥਾਨਾਂ ਵਿੱਚੋਂ ਤੈਨੂੰ ਦੁੱਧ ਪਿਆਰਾ ਪਿਲਾਉਣਾ ਕੀਤਾ ਦੁੱਧ, ਅਤੇ ਭਰ ਜਵਾਨੀ ਵਿੱਚ ਜਿਹਨੇ ਤੈਨੂੰ ਚੰਗੇ ਚੰਗੇ ਭੋਜਨ ਖਾਣ ਦੀ ਤੇ ਸੁਖ ਲੈਣ ਦੀ ਸੂਧ ਸੋਝੀ ਦਿੱਤੀ ਹੈ, ਖਬਰ ਦਿੱਤੀ ਹੈ। ਸੋ ਇਸ ਪ੍ਰਕਾਰ ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ। ਜਿਸ ਵੇਲੇ ਤੂੰ ਬੁੱਢਾ ਹੋ ਗਿਆ ਤਾਂ ਤੇਰੀ ਸੇਵਾ ਵਾਸਤੇ ਤੇਰੇ ਉੱਤੇ ਸਾਖ ਸੈਨ ਹੁੰਦੇ, ਰਿਸ਼ਤੇਦਾਰ ਖੜੇ ਕਰ ਦਿੱਤੇ। ਫਿਰ ਜਿਹਨੇ ਬੈਠਿਆ ਬਿਠਾਇਆ ਤੇਰੇ ਮੂੰਹ ਵਿੱਚ ਅਪਿਆਉ ਹੁੰਦਾ, ਭੋਜਨ ਦਿੱਤੇ ਨੇ। ਉਸ ਵਾਹਿਗੁਰੂ ਦੀ ਕਿਰਪਾ ਨਾਲ ਪਲੰਘ ਤੇ ਬੈਠੀਆਂ ਤੈਨੂੰ ਛਕਣ ਵਾਸਤੇ ਸਭ ਕੁਝ ਮਿਲ ਰਿਹਾ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਝੈ। ਗੁਰੂ ਆਪ ਮਹਾਰਾਜ 5ਵੇਂ ਪਾਤਸ਼ਾਹ ਫਰਮਾਉਂਦੇ ਆ, ਵਾਹਿਗੁਰੂ ਇਹ ਨਿਰਗੁਣ ਜੀਵ ਆਪ ਜੀ ਦੇ ਕੀਤੇ ਹੋਏ ਪਰਉਪਕਾਰ ਆਦਿ ਗੁਣ ਨੂੰ ਕੁਝ ਵੀ ਨਹੀਂ ਸਮਝਦਾ। ਇਹ ਤਾਂ ਹੁਣ ਅਕਿਰਤ ਕਣ ਹੋ ਗਿਆ। ਹੁਣ ਜੇ ਆਪ ਹੀ ਬਖਸ਼ ਲਓਗੇ ਤਾਂ ਹੀ ਇਹ ਸੀਝੈ ਕਲਿਆਣ ਭਾਵ ਮੁਕਤ ਨੂੰ ਪ੍ਰਾਪਤ ਹੋਵੇਗਾ। ਜੇ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬੰਤਾ ਸੰਗ ਹਸੈ। ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਤੂੰ ਧਰਤੀ ਉੱਤੇ ਸੁਖੀ ਵਸਦਾ ਹੈ, ਸੁਤ ਹੁੰਦਾ ਪੁੱਤਰ ਭਰਾ ਮਿੱਤਰ ਇਸਤਰੀ ਆਦਿਕ ਨਾਲ ਹੱਸਦਾ ਖੇਡਦਾ ਰਹਿਣਾ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਤੂੰ ਠੰਡਾ ਪਾਣੀ ਪੀਂਦਾ ਹੈ, ਜਿਸ ਦੀ ਕਿਰਪਾ ਨਾਲ ਅਮੁੱਲਾ ਹੁੰਦਾ, ਮੁੱਲ ਤੋਂ ਬਗੈਰ ਹੀ ਸੁਖ ਦੇਣ ਵਾਲੀ ਹਵਾ ਤੇ ਅੱਗ ਮਿਲ ਰਹੀ ਹੈ ਤੈਨੂੰ। ਪ੍ਰਸ਼ਾਦ ਪਾਠ ਨਹੀਂ ਕਰਨਾ ਤੇ ਜੈ ਨਹੀਂ ਕਰਨਾ। ਜੇ ਲੱਗੀ ਸਿਹਾਰੀ ਹਾਹਾ ਜਿਹ। ਜੇ ਪ੍ਰਸਾਦ ਭੋਗ ਹੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਜਿਸ ਵਾਹਿਗੁਰੂ ਦੀ ਪ੍ਰਸਾਦ ਹੁੰਦੀ ਕਿਰਪਾ, ਕਿਰਪਾ ਨਾਲ ਸਾਰਿਆਂ ਰਸਾਂ ਨੂੰ ਭੋਗ ਰਿਹਾ ਅਤੇ ਸਾਰਿਆਂ ਸਮਗਰੀਆਂ ਦੇ ਸੰਗ ਭਾਵ ਸਮਦਾ ਦੇ ਨਾਲ ਵਸ ਰਿਹਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉੱਥੇ ਪ੍ਰਸਾਦ ਲਿਖਿਆ ਇਸ ਕਰਕੇ ਪ੍ਰਸਾਦ ਤਦੇ ਸਿਹਾਰੀ ਵੀ ਹੈ। ਸੁਖਾਂ ਨਾਲ ਸਾਰੀਆਂ ਸਮਗਰੀਆਂ ਨਾਲ ਵਸ ਰਿਹਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਜਿਸ ਵਾਹਿਗੁਰੂ ਨੇ ਤੈਨੂੰ ਹੱਥ ਪੈਰ ਕੰਨ ਅੱਖਾਂ ਰਸਨ ਜੀਭ ਦਿੱਤੀ ਹੈ, ਇੰਦਰੀਏ ਸਾਰੇ ਲਾਏ ਹੈ, ਜਿਸ ਵਾਹਿਗੁਰੂ ਨੂੰ ਛੱਡ ਕੇ ਫਿਰ ਤੂੰ ਹੋਰਨਾਂ ਨਾਲ ਰਚਨਾ ਭਾਵ ਰਚ ਰਿਹਾ ਮਿਲ ਰਿਹਾ ਕਿਉਂ। ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ। ਗੁਰੂ ਮਹਾਰਾਜ ਫਰਮਾਉਂਦੇ ਆ, ਇਸ ਮੂਰਖ ਅੰਨੇ ਵਿੱਚ ਇਹੋ ਜਿਹੇ ਦੋਸ਼ ਔਗਣ ਲੱਗੇ ਹੋਏ ਨੇ, ਇਹ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਇਹਨੂੰ ਗੁਨਾਹਾਂ ਵਿੱਚੋਂ ਕੱਢ ਲਓ। ਆਦਿ ਅੰਤ ਜੋ ਰਾਖਨ ਹਾਰ, ਤਿਸਿਓ ਪ੍ਰੀਤ ਨਾ ਕਰੈ ਗਵਾਰ। ਜੋ ਵਾਹਿਗੁਰੂ ਆਦਿ ਤੋਂ ਲੈ ਕੇ ਅੰਤ ਤੱਕ, ਬਾਲਕ ਅਵਸਥਾ ਤੋਂ ਲੈ ਕੇ ਅੰਤ ਮਰਨ ਤੱਕ ਰੱਖਣ ਵਾਲਾ ਇਸ ਗਵਾਰ ਹੁੰਦਾ। ਝੱਲੇ ਮੂਰਖ ਨੂੰ ਮਹਾਰਾਜ ਕਹਿੰਦੇ ਨੇ, ਇਹ ਗਵਾਰ ਜਿਹੜਾ ਮੂਰਖ ਉਸ ਨਾਲ ਪ੍ਰੀਤੀ ਹੀ ਨਹੀਂ ਕਰਦਾ। ਜਾ ਕੀ ਸੇਵਾ ਨਵਨਿਧ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ। ਜਿਸ ਵਾਹਿਗੁਰੂ ਦੀ ਸੇਵਾ ਕਰਕੇ ਜੀਵ ਨੌਨਿਧੀਆਂ ਪਾਉਂਦਾ ਹੈ, ਇਹ ਮੂਰਖ ਬੰਦਾ ਉਹਦੇ ਨਾਲ ਮਨ ਨੂੰ ਜੋੜਦਾ ਹੀ ਨਹੀਂ ਹੈ। ਜੋ ਠਾਕੁਰ ਸਤ ਸਦਾ ਹਜੂਰੇ, ਤਾ ਕਉ ਅੰਧਾ ਜਾਣਤ ਦੂਰੇ। ਜੋ ਸੁਆਮੀ ਪ੍ਰਮਾਤਮਾ ਸਦਾ ਸਦਾ ਹਮੇਸ਼ਾ ਹਾਜ਼ਰ ਨਾਜ਼ਰ, ਇਹ ਅੰਨਾ ਗਿਆਨੀ ਬੰਦਾ ਉਹਨੂੰ ਦੂਰ ਸਮਝਦਾ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਵਿਸਾਰੈ ਮੁਗਧ ਅਜਾਨ। ਜਿਹਦੀ ਸੇਵਾ ਟਹਿਲ ਭਾਵ ਸੇਵਾ ਜਾਂ ਸਿਮਰਨ ਕਰਕੇ ਜੀਵ ਦਰਗਾਹ ਵਿੱਚ ਮਾਣ ਸਨਮਾਨ ਪਾਉਂਦਾ ਹੈ, ਸੋ ਇਹ ਮੂਰਖ ਅਗਿਆਨੀ ਬੰਦਾ ਉਹਨੂੰ ਵਿਸਾਰੈ ਭਾਵ ਭੁਲਾਈ ਬੈਠਾ ਮਨ ਚੋਂ। ਸਦਾ ਸਦਾ ਇਹੋ ਭੂਲਨ ਹਾਰ, ਨਾਨਕ ਰਾਖਨ ਹਾਰ ਅਪਾਰ। ਇਹ ਜੀਵ ਸਦਾ ਸਦਾ ਨਿਤਾ ਪ੍ਰਤੀ ਭੁੱਲਣ ਵਾਲਾ ਹੈ। ਗੁਰੂ ਸਾਹਿਬ ਫਰਮਾਉਂਦੇ ਭਾਈ, ਉਹ ਅਪਾਰ ਹੁੰਦਾ ਬੇਅੰਤ ਵਾਹਿਗੁਰੂ ਆਪ ਹੀ ਇਹਦੀ ਰੱਖਿਆ ਕਰਨ ਵਾਲਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਜ ਛੋੜ ਝੂਠ ਸੰਗ ਮਚੈ। ਨਾਮ ਰਤਨ ਨੂੰ ਛੱਡ ਕੇ ਕੌਡੀ ਜਿਹੜੀ ਮਾਇਆ ਨਾਲ ਰਚੈ ਭਾਵ ਲੱਗਿਆ ਹੋਇਆ, ਸੋ ਸੱਚ ਬੋਲਣਾ ਛੱਡ ਕੇ ਝੂਠ ਬੋਲਣ ਨਾਲ ਮਚੈ ਤੋਂ ਭਾਵ ਮਸਤ ਹੋ ਰਿਹਾ, ਰਚ ਮਿਚ ਗਿਆ ਝੂਠ ਨਾਲ।
ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਜੋ ਸਰੀਰ ਛੱਡ ਦੇਣਾ ਹੈ, ਉਹ ਪਦਾਰਥ ਛੱਡ ਦੇਣੇ ਹੈ, ਉਹਨੂੰ ਸੱਚਾ ਕਰਕੇ ਮੰਨਦਾ ਹੈ। ਜੋ ਹੋਣਾ ਹੈ ਉਹਨੂੰ ਦੂਰ ਪਰਾਨੈ, ਦੂਰ ਪਛਾਣਦਾ ਹੈ। ਇਉਂ ਕਹਿੰਦਾ ਮੈਂ ਤਾਂ ਮਰਨਾ ਹੀ ਨਹੀਂ, ਮੌਤ ਮੇਰੇ ਨੇੜੇ ਹੀ ਨਹੀਂ ਆਉਣੀ। ਛੋਟ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜਿਸ ਮਾਇਆ ਨੂੰ ਇੱਥੇ ਹੀ ਛੱਡ ਕੇ ਚਲੇ ਜਾਣਾ ਉਹਦੇ ਵਾਸਤੇ ਸ਼ਰਮ ਹੁੰਦਾ, ਕਸ਼ਟ ਸਹਾਰਨਾ ਕਰਦਾ। ਜਿਹਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹੈ ਉਹਨੂੰ ਇਹ ਜੀਵ ਨੇ ਪਰ ਹਰਾ ਛੱਡ ਦਿੱਤਾ। ਚੰਦਨ ਲੇਪ ਉਤਾਰੈ ਹੋਏ, ਗਰਧਬ ਪ੍ਰੀਤ ਭਸਮ ਸੰਗ ਹੋਏ। ਜਿਵੇਂ ਗਧੇ ਨੂੰ ਕੋਈ ਚੰਦਨ ਦਾ ਲੇਪ ਕਰ ਦੇਵੇ ਤਾਂ ਗਧਾ ਉਹ ਮਿੱਟੀ ਤੇ ਲੇਟ ਕੇ ਸਵਾਹ ਤੇ ਜਾ ਕੇ ਲਿਟਦਾ ਤੇ ਧੋ ਕੇ ਉਤਾਰਦਾ, ਕਿਉਂਕਿ ਗਧੇ ਦੀ ਪ੍ਰੀਤੀ ਭਸਮ ਭਾਵ ਸਵਾਹ ਨਾਲ, ਮਿੱਟੀ ਨਾਲ ਹੁੰਦੀ ਹੈ। ਇਉਂ ਹੀ ਗਧੇ ਵਾਂਗੂ ਜੋ ਕਾਮੀ ਜੀਵ ਹੈ, ਜੋ ਉਸ ਨਾਮ ਨੂੰ ਸੁਣਾਉਣ ਰੂਪੀ ਚੰਦਨ ਦਾ ਲੇਪ ਕਰੀਏ ਤਾਂ ਉਹ ਕਾਮੀ ਜੀਵ ਉਹਨੂੰ ਜਿਹੜਾ ਕੁਸੰਗ ਹੈ ਵਿਸ਼ੇ ਵਾਸ਼ਨਾ ਰੂਪੀ ਪਾਣੀ ਨਾਲ ਧੋ ਦਿੰਦਾ, ਕਿਉਂਕਿ ਕਾਮੀ ਜੀਵ ਦੀ ਵਿਸ਼ਿਆਂ ਰੂਪ ਭਸਮ ਨਾਲ ਪ੍ਰੀਤੀ ਹੁੰਦੀ ਹੈ। ਅੰਧਕੂਪ ਮਹਿ ਪਤਿਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਵਿਕਰਾਲ ਹੁੰਦਾ ਭਿਆਨਕ, ਅੰਨੇ ਖੂਹ ਸੰਸਾਰ ਵਿੱਚ ਜਿਹੜਾ ਜੀਵਨ ਪਤਿਤ ਹੁੰਦਾ, ਡਿੱਗ ਰਿਹਾ ਹੈ। ਮਹਾਰਾਜ ਫਰਮਾਉਂਦੇ ਦਿਆਲੂ ਵਾਹਿਗੁਰੂ ਜੀ ਤੁਸੀਂ ਆਪ ਇਹਨੂੰ ਕੱਢ ਲਓ ਜੀ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪੁਚਾਰਾ ਕਰੈ ਦਿਨ ਰਾਤ। ਇਹਦੀ ਜਾਤੀ ਤਾਂ ਮਨੁੱਖ ਹੈ, ਪਰ ਕਰਤੂਤ ਕਰਤੱਬ ਤਾਂ ਪਸ਼ੂਆਂ ਵਾਲੀ ਕਰਦਾ ਫਿਰਦਾ, ਕਿਉਂਕਿ ਪਿੱਛੋਂ ਆਇਆ ਹੀ ਪਸ਼ੂਆਂ ਚੋਂ ਹੈ। ਅਤੇ ਰਾਤ ਦਿਨ ਲੋਕ ਪੁਚਾਰਾ, ਲੋਕ ਦਿਖਾਵੇ ਦੇ ਕੰਮ ਕਰਦਾ ਰਹਿੰਦਾ, ਮੈਨੂੰ ਦੇਖੋ ਤੇ ਸ਼ਾਬਾਸ਼ ਦਿਓ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੀਂ ਕਛ ਕਰੈ ਛਪਾਇਆ। ਬਾਹਰੋਂ ਤਾਂ ਸਾਧੂਆਂ ਵਾਲਾ ਭੇਖ ਬਣਾਇਆ, ਪਰ ਹਿਰਦੇ ਅੰਦਰ ਮਾਇਆ ਦੀ ਮੈਲ ਚਿੰਬੜੀ ਹੋਈ ਹੈ। ਭਾਵੇਂ ਛਪਾਇਆ, ਲੁਕਾਉਣ ਦੇ ਯਤਨ ਕੁਝ ਪਿਆ ਕਰੇ, ਪਰ ਅੰਦਰ ਦੀ ਮੈਲ ਲੁਕ ਨਹੀਂ ਸਕਦੀ। ਧਿਆਨ ਤਾਂ ਮਾਇਆ 'ਚ ਹੀ ਹੁੰਦਾ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਬਾਹਰੋਂ ਤਾਂ ਗਿਆਨ ਦੀਆਂ ਗੱਲਾਂ ਕਰਦਾ, ਧਿਆਨ ਲਾ ਕੇ ਦਿਖਾਉਂਦਾ, ਅੱਖਾਂ ਬੰਦ ਕਰ ਕਰਕੇ ਤੇ ਤੀਰਥਾਂ ਤੇ ਇਸ਼ਨਾਨ ਕਰਦਾ ਬਗਲੇ ਵਾਂਗੂ, ਪਰ ਹਿਰਦੇ ਅੰਦਰ ਲੋਭ ਰੂਪੀ ਸੁਆਨ ਜਿਹੜਾ ਕੁੱਤਾ ਵੜਿਆ ਹੋਇਆ, ਭਾਵ ਦਿਲ ਲੋਭ ਨਾਲ ਭਰਿਆ ਪਿਆ। ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਥਰ ਕੈਸੇ ਤਰੈ ਅਥਾਹ। ਹਿਰਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਹੈ ਤੇ ਬਾਹਰੋਂ ਸਰੀਰ ਉੱਤੇ ਸੁਆਹ ਮਲੀ ਹੋਈ ਹੈ। ਸੋ ਜਿਹਦੇ ਗਲ ਵਿੱਚ ਪੱਥਰ ਹੈ ਉਹ ਅਥਾਹ ਭਾਵ ਡੂੰਘੇ ਸਮੁੰਦਰ ਨੂੰ ਕਿਵੇਂ ਤਰੂਗਾ। ਇਸੇ ਤਰ੍ਹਾਂ ਜਿਹਦੇ ਗਲ ਵਿੱਚ ਭਾਵ ਮਨ ਵਿੱਚ ਪਾਪਾਂ ਰੂਪੀ ਪੱਥਰ ਹੈ, ਲੋਕ ਦਿਖਾਵਾ ਮਾਇਆ ਲੋਭ ਤੇ ਤ੍ਰਿਸ਼ਨਾ ਰੂਪ ਪੱਥਰ ਹੈ, ਉਹ ਸੰਸਾਰ ਸਮੁੰਦਰ ਤੋਂ ਕਿਵੇਂ ਤਰ ਸਕਦਾ ਹੈ ਜੀ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਗੁਰੂ ਸਾਹਿਬ ਜੀ ਫਰਮਾਉਂਦੇ ਜਿਨ੍ਹਾਂ ਦੇ ਹਿਰਦੇ ਅੰਦਰ ਆਪ ਪਰਮੇਸ਼ਰ ਵਸਦਾ ਹੈ, ਉਹ ਮਨੁੱਖ ਸਹਿਜ ਪਦ ਵਿੱਚ ਸਮਾ ਜਾਂਦੇ, ਬ੍ਰਹਮ ਗਿਆਨ ਚਲੇ ਜਾਂਦੇ ਨੇ। ਸੋਨੇ ਅੰਧਾ ਕੈਸੇ ਮਾਰਗ ਪਾਵੈ, ਕਾਰੋ ਗਹਿ ਲੇਹੋ ਓੜ ਨਿਭਾਵੈ। ਕਿਸੇ ਨੇ ਆਵਾਜ਼ ਦੇ ਕੇ ਕਿਹਾ ਤੂੰ ਫਲਾਣੇ ਪਾਸੇ ਚਲੇ ਜਾ, ਭਲਾ ਇੰਨੀ ਗੱਲ ਸੁਣ ਕੇ ਅੰਨਾ ਬੰਦਾ ਕਿਵੇਂ ਰਸਤਾ ਪਾਵੈ, ਲੱਭ ਸਕਦਾ। ਹਾਂ, ਜੇ ਕੋਈ ਉਹਦਾ ਕਰ ਹੁੰਦਾ, ਹੱਥ ਫੜ ਲਵੇ ਤਾਂ ਜਿੱਥੇ ਉਹਨੇ ਜਾਣਾ ਉਹ ਉਸ ਅੰਤ ਤੱਕ ਉਸੇ ਮੰਜ਼ਿਲ ਤੇ ਨਿਭਾਵੈ ਪਹੁੰਚਾਉਂਦਾ, ਉਹ ਬੰਦਾ ਪਹੁੰਚਾ ਦਿੰਦਾ ਫੜ ਕੇ। ਇਸੇ ਤਰ੍ਹਾਂ ਸ਼ੁੱਧ ਮਨ ਬੁੱਧੀ ਰੂਪ ਅੱਖਾਂ ਤੋਂ ਬਿਨਾਂ ਜੋ ਅੰਨਾ ਪੁਰਸ਼ ਹੈ, ਉਹ ਵੇਦਾਂ ਸ਼ਾਸਤਰਾਂ ਦੇ ਨਿਰਾ ਸੁਣਨ ਨਾਲ ਹੀ ਗਿਆਨ ਵਿਰਾਗ ਰੂਪੀ ਰਸਤੇ ਨੂੰ ਕਿਵੇਂ ਪਾ ਸਕਦਾ। ਜੇ ਗੁਰੂ ਸਾਹਿਬ ਜੀ ਉਹਦੇ ਮਨ ਰੂਪੀ ਹੱਥ ਨੂੰ ਫੜ ਲੈਣ ਤਾਂ ਅਖੀਰ ਤੱਕ ਪਰਮੇਸ਼ਰ ਤੱਕ ਉਹਨੂੰ ਪਹੁੰਚਾ ਦਿੰਦੇ ਹਨ। ਕਹਾਂ ਬੁਝਾਰਤ ਬੂਝੈ ਡੋਰਾ, ਨਿਸਕਹੀਐ ਤਉ ਸਮਝੈ ਪੋਰਾ। ਜੋ ਕੰਨਾਂ ਤੋਂ ਬੋਲਾ ਉਹ ਬੋਲਾ ਬੰਦਾ ਬੁਝਾਰਤ ਨੂੰ ਕਿਸ ਤਰ੍ਹਾਂ ਸਮਝ ਸਕਦਾ, ਕਿਉਂਕਿ ਜੇ ਉਹਨੂੰ ਨਿਸ ਭਾਵ ਰਾਤ ਕਹੀਏ ਤਾਂ ਭੋਰਾ ਹੁੰਦਾ, ਉਹ ਸਮਝਦਾ ਦਿਨ ਹੈ। ਇਸ ਕਰਕੇ ਜੇ ਦਿਨ ਕਹੀਏ ਤਾਂ ਰਾਤ ਸਮਝਦਾ। ਇਸੇ ਤਰ੍ਹਾਂ ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਬਗੈਰ ਜੋ ਬੋਲਾ ਬੰਦਾ ਹੈ, ਉਹ ਪਰਮੇਸ਼ਰ ਪ੍ਰਾਪਤੀ ਦੀ ਸਿੱਖਿਆ ਨੂੰ ਕਿਵੇਂ ਸਮਝ ਸਕਦਾ। ਜੇ ਉਹਨੂੰ ਸੰਸਾਰ ਰਾਤ ਵਾਂਗ ਝੂਠਾ ਕਹੀਏ ਤਾਂ ਉਹ ਸੰਸਾਰ ਨੂੰ ਭੋਰਾ ਸਮਝਦਾ, ਦਿਨ ਵਾਂਗੂ। ਭੋਰੇ ਦਾ ਅਰਥ ਹੁੰਦਾ ਚਾਨਣ ਜਾਂ ਦਿਨ, ਚਿੱਟਾ ਦਿਨ ਸਮਝਦਾ ਸੰਸਾਰ ਨੂੰ। ਜੇ ਆਤਮਾ ਨੂੰ ਦਿਨ ਵਾਂਗ ਪ੍ਰਕਾਸ਼ ਰੂਪ ਕਹੀਏ ਤਾਂ ਉਹ ਆਤਮਾ ਨੂੰ ਨਿਸ ਸਮਝਦਾ, ਭਾਵ ਰਾਤ ਵਾਂਗ ਝੂਠਾ ਸਮਝਦਾ। ਕਹਾਂ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤਉ ਪੀ ਸੁਰ ਭੰਗ। ਗੂੰਗਾ ਬੰਦਾ ਬਿਸ਼ਨ ਪਦੇ ਕਿਵੇਂ ਗਾ ਸਕਦਾ, ਜੇ ਉਹ ਗਾਉਣ ਦਾ ਯਤਨ ਵੀ ਕਰੇ ਤਾਂ ਪੂਰੀ ਆਵਾਜ਼ ਦੇ ਨਾ ਨਿਕਲਣ ਕਰਕੇ ਉਹਦੀ ਸੁਰ ਭੰਗ ਹੁੰਦੀ, ਟੁੱਟ ਜਾਂਦੀ। ਇਸੇ ਤਰ੍ਹਾਂ ਪ੍ਰੀਤੀ ਰੂਪ ਜੀਵ ਤੋਂ ਰਹਿਤ ਜੋ ਗੂੰਗਾ ਬੰਦਾ ਹੈ, ਉਹ ਪ੍ਰਮਾਤਮਾ ਜੀ ਦੇ ਜਿਹੜੇ ਪਦ ਹੁੰਦਾ ਜਸ ਨੂੰ ਕਿਵੇਂ ਗਾਵੇਗਾ। ਜੇ ਉਹ ਗਾਉਣ ਦਾ ਯਤਨ ਕਰੇ ਵੀ ਤਾਂ ਉਹਦੀ ਸੁਰ ਜਿਹੜੀ ਬਿਰਤੀ ਆ ਉਹ ਭੰਗ ਹੁੰਦੀ, ਟੁੱਟ ਜਾਂਦੀ ਹੈ। ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ। ਪਿੰਗਲਾ ਜਿਹਦੀਆਂ ਲੱਤਾਂ ਨਹੀਂ ਹੁੰਦੀਆਂ, ਉਹ ਆਦਮੀ ਪਹਾੜ ਉੱਤੇ ਕਿਵੇਂ ਭਵਨ ਭਾਵ ਫਿਰ ਸਕਦਾ, ਕਿਵੇਂ ਭਵਨ ਘਰ ਬਣਾ ਸਕਦਾ।
ਉਹ ਤਾਂ ਉੱਥੇ ਜਾ ਹੀ ਨਹੀਂ ਸਕਦਾ। ਇਸੇ ਤਰ੍ਹਾਂ ਸਾਧਨਾ ਰੂਪੀ ਪੈਰਾਂ ਤੋਂ ਬਿਨਾਂ ਜਿਹੜਾ ਪਿੰਗਲਾ ਬੰਦਾ ਹੈ, ਉਹ ਪਹਾੜ ਵਾਂਗ ਹੈ, ਚੱਲ ਪਰਮਾਤਮਾ ਵਿੱਚ ਕਿਸ ਤਰ੍ਹਾਂ ਆਪਣਾ ਭਵਨ ਬਣਾ ਸਕਦਾ, ਘਰ ਬਣਾ ਸਕਦਾ, ਕਿਉਂਕਿ ਸਾਧਨਾ ਤੋਂ ਬਿਨਾਂ ਮਨੁੱਖ ਪਰਮਾਤਮਾ ਵਾਲੇ ਪਾਸੇ ਗਮਨ ਨਹੀਂ ਕਰ ਸਕਦਾ, ਚੱਲ ਨਹੀਂ ਸਕਦਾ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਕਰੁਣਾ ਮੈਂ ਨਹੀਂ ਕਰਨਾ, ਕਰੁਣਾ ਮੈਂ, ਮੰਮਾ ਤਾਂ ਇਹੀ ਆ, ਮਤਲਬ ਸਰੂਪ ਇੱਥੇ ਮੈਂ ਲਿਖਿਆ। ਮਹਾਰਾਜ ਫਰਮਾਉਂਦੇ ਕਰੁਣਾ ਮੈਂ ਹੀ ਕਿਰਪਾ ਸਰੂਪ ਕਰਤਾਰ, ਮੈਂ ਤੁਹਾਡੇ ਅੱਗੇ ਦੀਨ ਮਨਾ ਹੋ ਕੇ ਬੇਨਤੀ ਕਰਦਾ ਜੀ, ਇਹ ਜੀਵ ਤੁਹਾਡੀ ਕਿਰਪਾ ਨਾਲ ਹੀ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ ਜੀ। ਸੰਗ ਸਹਾਈ ਸੁਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਜੋ ਅੰਗ ਸੰਗ ਹੋ ਕੇ ਜੀਵ ਦੀ ਸਹਾਇਤਾ ਕਰਦਾ, ਉਹ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਆਉਂਦਾ। ਜੋ ਸੰਬੰਧੀ ਕਾਮ ਆਦਿਕੇ ਦੇ ਵੈਰੀ ਨੇ, ਉਹਨਾਂ ਨਾਲੇ ਪ੍ਰੀਤੀ ਕਰਦਾ। ਬਲੂਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਜਿਵੇਂ ਬਲੂਆ ਹੁੰਦਾ, ਰੇਤ ਦਾ ਘਰ ਪੱਕਾ ਨਹੀਂ ਹੁੰਦਾ, ਉਹ ਅਚਾਨਕ ਹੀ ਢਹਿ ਜਾਂਦਾ। ਇਸੇ ਤਰ੍ਹਾਂ ਇਹ ਜੀਵ ਪੰਜਾਂ ਤੱਤਾਂ ਰੂਪੀ ਰੇਤੇ ਦੇ ਘਰ ਭਾਵ ਸਰੀਰ ਵਿੱਚ ਵਸਦਾ ਅਤੇ ਮਾਇਆ ਦੇ ਰੰਗ ਵਿੱਚ ਰਸ ਕੇ ਆਨੰਦਦਾਇਕ ਕੇਲ ਭਾਵ ਖੁਸ਼ੀਆਂ ਕਰਦਾ। ਆਨੰਦਦਾਇਕ ਮਾਇਆ ਦੇ ਰੰਗ ਵਿੱਚ ਕੇਲ ਹੁੰਦਾ, ਖੇਡਾਂ ਦਾ ਰਸ ਮਾਣਦਾ। ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਮਨ ਦੇ ਯਕੀਨ ਨਾਲ ਇਹਨਾਂ ਮਾਇਆਵਕੀ ਪਦਾਰਥਾਂ ਨੂੰ ਦ੍ਰਿੜ ਹੁੰਦਾ, ਪੱਕਿਆਂ ਕਰਕੇ ਮਨ ਹੈ ਮੰਨਦਾ, ਭਾਵ ਇਹਨਾਂ ਨੂੰ ਸਦਾ ਰਹਿਣ ਵਾਲਾ ਮੰਨਦਾ। ਪਰ ਮੂਰਖ ਬੰਦੇ ਨੂੰ ਕਾਲ ਜਿਹੜਾ ਮੌਤ ਚੇਤੇ ਹੀ ਨਹੀਂ ਆਉਂਦੀ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਸ਼ੇ ਵਿਕਾਰ ਮਹਾ ਹੁੰਦੇ ਨੇ ਅਤੀ ਲੋਭ, ਧਰੋਹ ਹੁੰਦਾ ਛਲ ਧੋਖੇਬਾਜ਼ੀਆਂ ਇਤਿਆਦਿਕ ਵਿਕਾਰਾਂ ਨੂੰ ਕਰਦਾ ਹੈ। ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ। ਇਸੇ ਜੁਗਤੀ ਵਿੱਚ ਇਹਨਾਂ ਵਿਕਾਰਾਂ ਵਿੱਚ ਜੁਗਤ ਜੁੜਿਆ, ਇਹਦੇ ਕਈ ਜਨਮ ਬਤੀਤ ਹੋ ਗਏ ਨੇ। ਮਹਾਰਾਜ ਕਹਿੰਦੇ ਵਾਹਿਗੁਰੂ ਆਪਣੀ ਕਰਮ ਹੁੰਦੀ, ਕਿਰਪਾ ਕਰਕੇ ਇਹਨੂੰ ਰੱਖ ਲਓ ਜੀ। ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਹੇ ਪਰਮੇਸ਼ਰ ਤੂੰ ਸੁਆਮੀ ਹੈ, ਤੇਰੇ ਪਾਸ ਸਾਡੀ ਬੇਨਤੀ ਹੈ, ਇਹ ਜੀਓ ਜਿਹੜਾ ਜਿੰਦ ਹੈ ਤੇ ਪਿੰਡ ਜਿਹੜਾ ਸਰੀਰ ਆਦਿਕ ਸਭ ਤੇਰੀ ਬਖਸ਼ੀ ਹੋਈ ਰਾਸ ਹੈ, ਪੂੰਜੀ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਘਨੇਰੇ। ਤੁਸੀਂ ਸਾਡੇ ਮਾਤਾ ਪਿਤਾ ਹੋ ਜੀ, ਅਸੀਂ ਤੁਹਾਡੇ ਬੱਚੇ ਹਾਂ ਮਹਾਰਾਜ ਜੀ। ਤੁਹਾਡੀ ਕਿਰਪਾ ਬਖਸ਼ਿਸ਼ ਵਿੱਚ ਹੀ ਸਾਨੂੰ ਘਨੇਰੇ ਭਾਵ ਬਹੁਤ ਸੁੱਖ ਮਿਲ ਰਹੇ ਹਨ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਹੇ ਵਾਹਿਗੁਰੂ ਆਪ ਜੀ ਦਾ ਕੋਈ ਅੰਤ ਨਹੀਂ ਜਾਣ ਸਕਦਾ। ਹੇ ਭਗਵੰਤ ਆਪ ਉੱਚਿਆਂ ਤੋਂ ਉੱਚੇ ਹੋ ਜੀ, ਬ੍ਰਹਮਾ ਆਦਿਕ ਸਭ ਤੋਂ ਉੱਚੇ ਹੋ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਸੰਸਾਰ ਦੀ ਸਾਰੀ ਸਮਗਰੀ ਤੁਹਾਡੇ ਹੁਕਮ ਰੂਪੀ ਸੰਤਾਂ ਰੂਪੀ ਸੂਤਰ ਵਿੱਚ ਜਾਂ ਸੱਤਾ ਰੂਪੀ ਸੂਤਰ ਵਿੱਚ ਟਿਕੀ ਹੋਈ ਹੈ। ਜੋ ਸ੍ਰਿਸ਼ਟੀ ਆਪ ਤੋਂ ਪੈਦਾ ਹੋਈ ਹੈ, ਸਾਰੀ ਆਪ ਦੀ ਆਗਿਆਕਾਰੀ ਹੈ, ਆਗਿਆ ਵਿੱਚ ਹੈ, ਭਾਵ ਆਪ ਜੀ ਦੇ ਹੁਕਮ ਵਿੱਚ ਹੈ। ਜੋ ਵੀ ਸ੍ਰਿਸ਼ਟੀ ਹੋਈ ਹੈ ਸਾਰੀ ਤੁਮ ਤੇ ਆਪ ਜੀ ਤੋਂ ਅਤੇ ਆਪ ਜੀ ਦੀ ਆਗਿਆਕਾਰੀ ਮਾਇਆ ਤੋਂ ਹੋਈ ਹੈ। ਤੁਮ ਸੇ ਪਾਠ ਨਹੀਂ ਕਰਨਾ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਹਾਡੀ ਜੋ ਗਤ ਦੀ ਮਿਤ ਮਰਿਆਦਾ ਹੈ, ਉਹਨੂੰ ਤੁਸੀਂ ਆਪ ਹੀ ਜਾਣਦੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਆ, ਮੈਂ ਤਾਂ ਦਾਸ ਆਪ ਜੀ ਤੋਂ ਸਦਾ ਹੀ ਬਲਿਹਾਰ ਜਾਂਦਾ। ਇਹ ਆਪਾਂ ਨੂੰ ਕਹਿੰਦੇ ਇਉਂ ਬੇਨਤੀ ਕਰੋ ਜੀ, ਮੈਂ ਦਾਸ ਤਾਂ ਸਦਾ ਹੀ ਬਲਿਹਾਰ ਜਾਂਦਾ। ਇਸ ਕਰਕੇ ਪਾਠਾਂ ਦਾ ਧਿਆਨ ਰੱਖਣਾ। ਤੁਮ ਤੇ ਨੂੰ ਬਹੁਤ ਸਾਰੇ ਕਹਿੰਦੇ ਤੁਮ ਸੇ ਹੋਏ ਸੁਆਗਿਆਕਾਰੀ ਲਿਖਿਆ, ਉੱਚੇ ਤੇ ਉੱਚਾ ਭਗਵੰਤ ਕਹਿਣਗੇ ਉੱਚੇ ਸੇ। ਇਹ ਦੋਨਾਂ ਤੱਤਿਆਂ ਨੂੰ ਸੇ ਹੀ ਕਰਕੇ ਸਾਰੇ ਬੋਲਦੇ, ਪੜ੍ਹਿਆ ਹੋਵੇ ਅਨਪੜ੍ਹਿਆ ਹੋਵੇ ਸਾਰੇ ਇੱਕੋ ਹੀ ਰਾਹ ਚੱਲਦੇ ਨੇ। ਧਿਆਨ ਰੱਖਿਆ ਕਰੋ ਬੋਲਣ ਵਾਸਤੇ। ਮਹਾਰਾਜ ਆਓ ਅੱਗੇ ਫਰਮਾਉਂਦੇ ਹਨ।